ਹੁਣ ਸੁਣੋ ਗੱਲ ਤੇ ਗੱਲ ਐਕਸਕਲੂਸਿਵਲੀ ਔਨ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਮੇਰੇ ਤਾਂ ਅੱਧੇ ਕੱਪੜੇ ਇਹੋ ਜਿਹੇ ਨੇ ਜਿਹੜੇ ਮੈਂ ਪਿਛਲੇ ਚੈਨਲ 'ਚ ਵੀ ਪਾਉਂਦੀ ਸੀ, ਜਿਹੜੇ ਮੈਂ ਇਸ ਚੈਨਲ 'ਚ ਵੀ ਪਾ ਰਹੀ। ਇਹ ਵੀ ਆਪਾਂ ਕਹਿੰਦੇ ਆ ਕਿ ਆਪਾਂ ਨੂੰ ਵੀ ਜ਼ਿੰਦਗੀ ਇੱਕ ਵਾਰ ਮਿਲੀ ਆ, ਮਤਲਬ ਪਰ ਇਹ ਨਸੀਹਤ ਇਹ ਹੈ ਕਿ ਹਮੇਸ਼ਾ ਚਾਦਰ ਦੇਖ ਕੇ ਪੈਰ ਜਿਹੜੇ ਉਹ ਪਸਾਰਨੇ ਚਾਹੀਦੇ। ਸਿਰ ਉਦਾਂ ਤਾਂ ਮੈਂ ਕਾਫੀ ਸੰਤੁਸ਼ਟ ਰਹਿੰਦੀ ਆ, ਪਰ ਕਦੇ ਕਦੇ ਮੈਨੂੰ ਆਏ ਹੋ ਜਾਂਦਾ ਭਾਬੀ ਹੁਣ ਕੁਝ ਬਦਲਾਅ ਚਾਹੀਦਾ ਜ਼ਿੰਦਗੀ 'ਚ। ਆਪਣੇ ਪਿੰਡਾਂ 'ਚ ਕਹਿੰਦੇ ਹੁੰਦੇ ਆ ਵੀ ਤੁਹਾਡੀ ਜ਼ਰੂਰਤ ਪੂਰੀ ਹੋ ਸਕਦੀ ਹੈ, ਤਮਾ ਨਹੀਂ ਪੂਰੀ ਹੁੰਦੀ, ਹੈ ਨਾ। ਤਮਾ ਹਰੇਕ ਬੰਦੇ ਦੇ ਅੰਦਰ ਆ, ਜਿਹਨੂੰ ਅੱਜ 20,000 ਮਿਲ ਰਿਹਾ ਉਹਨੂੰ ਐ ਕਿ ਮੈਨੂੰ 40 ਮਿਲੇ। ਬਾਹਰ ਦੀ ਜ਼ਿੰਦਗੀ ਵਿੱਚ ਜਿਹੜੇ ਲੋਕ ਦੇਖ ਰਹੇ ਨੇ ਜਾਂ ਜਿਹੜੇ ਆਪਾਂ ਦੇਖ ਕੇ ਆਏ ਆ, ਮੈਨੂੰ ਉੱਥੇ ਜਾ ਕੇ ਇਹ ਚੀਜ਼ ਮਹਿਸੂਸ ਹੋਈ ਵੀ ਜੇ ਇੱਥੇ ਜਾ ਕੇ ਵੀ ਇੱਥੇ ਆ ਕੇ ਵੀ ਸਾਨੂੰ ਇਹ ਲੱਗਣ ਲੱਗ ਗਿਆ ਵੀ ਮੈਂ ਸੰਤੁਸ਼ਟ ਨਹੀਂ ਆ, ਵੀ ਫਿਰ ਅਸੀਂ ਕਿੱਧਰ ਜਾਵਾਂਗੇ, ਹੈ ਨਾ। ਫਿਰ ਤਾਂ ਕੁੱਲ ਮਿਲਾ ਕੇ ਉਹੀ ਡਿਪਰੈਸ਼ਨ 'ਚ ਜਾਣ ਵਾਲਾ ਹਿਸਾਬ ਹੁੰਦਾ ਵਾ। ਪਰ ਕੋਈ ਬੰਦਾ ਮੈਨੂੰ ਲੱਗਦਾ ਖੁਸ਼ ਨਹੀਂ। ਉਹੀ ਆਪਾਂ ਜਿੱਥੇ ਆਪਾਂ ਰਹਿ ਰਹੇ ਹਾਂ ਨਾ, ਉਸ ਹਾਲਾਤ ਤੋਂ ਕੋਈ ਬੰਦਾ ਖੁਸ਼ ਨਹੀਂ, ਕਿਉਂਕਿ ਜਿੱਥੇ ਉਹ ਰਹਿ ਰਿਹਾ ਉਹਦੇ ਨਾਲ ਜੁੜੀਆਂ ਹੋਈਆਂ ਉਹੋ ਜਿਹੀਆਂ ਸਮੱਸਿਆਵਾਂ ਹੁੰਦੀਆਂ ਨੇ, ਉਹ ਆਪਾਂ ਖੁਦ ਵੀ ਸਹੇੜ ਕੇ ਰੱਖਦੇ ਆ ਨਾ। ਜਦੋਂ ਮੰਮੀ ਜੌਬ ਤੇ ਗਏ ਨੇਗੇ ਤਾਂ ਜਦੋਂ ਸੁਣਨਾ ਵੀ ਉਹਨਾਂ ਦੀ ਸੈਲਰੀ ਇੰਨੀ ਆ 50 60 ਹਜ਼ਾਰ ਆ, ਮੈਨੂੰ ਇਹ ਲੱਗਣਾ ਵੀ ਇਹ ਹੋਰ ਕੀ ਮੰਗਦੇ ਹੋਣਗੇ ਰੱਬ ਤੋਂ। ਸਹੀ ਗੱਲ ਹੈ। ਤੇ ਮੈਨੂੰ ਬਿਲਕੁਲ ਐਂ ਹੀ ਲੱਗਦਾ ਹੁੰਦਾ ਵੀ ਕੋਈ ਵੀ ਚੀਜ਼ ਆ ਜਿਹੜੀ ਤੁਹਾਨੂੰ ਇੱਕ ਵਾਰ ਕੁਦਰਤ ਨੇ ਦਿੱਤੀ, ਮੈਨੂੰ ਲੱਗਦਾ ਉਹ 'ਚ ਸੈਟਿਸਫਾਈ ਆਪਾਂ ਨਹੀਂ ਰਹਿੰਦੇ, ਪਰ ਰਹਿਣਾ ਚਾਹੀਦਾ। ਰੁਪਏ ਤਨਖਾਹ ਵਾਲਾ ਬੰਦਾ ਆਪਾਂ ਕਹਿੰਦੇ ਵੀ ਇੱਥੇ ਸੰਤੁਸ਼ਟ ਆ, ਉਹ ਕਿਉਂ ਐਡਾ ਪੰਗਾ ਲੈਂਦਾ? ਕਿਉਂਕਿ ਉਹਦੇ ਰਿਸ਼ਤੇਦਾਰ ਨਹੀਂ ਉਹਨੂੰ ਟਿਕਣ ਦਿੰਦੇ। ਸਾਡੀ ਮਾਨਸਿਕਤਾ ਇੰਨੀ ਜ਼ਿਆਦਾ ਸਟਰੋਂਗ ਮਜ਼ਬੂਤ ਹੋਣੀ ਚਾਹੀਦੀ ਹੈ ਵੀ ਕਿਸੇ ਦੀ ਗੱਲ ਦਾ, ਨੈਗੇਟਿਵ ਗੱਲ ਦਾ, ਹੈ ਨਾ, ਸਾਡੇ ਤੇ ਕੋਈ ਅਸਰ ਨਾ ਹੋਵੇ ਜਿਹਦੇ ਨਾਲ ਅਸੀਂ ਬਾਅਦ ਚੋਂ ਤੰਗ ਹੋਈਏ। ਤੇ ਕਹਿੰਦੇ ਇੱਕ ਪਾਣੀ ਵੀ ਇਦਾਂ ਦਾ ਆਇਆ, ਉਹਨੂੰ ਬਿਊਟੀ ਵਾਟਰ ਪਤਾ ਨਹੀਂ ਕੀ ਕਹਿੰਦੇ ਨੇਗੇ, ਵੀ ਉਹਦੇ ਨਾਲ ਤੁਸੀਂ ਨਾ ਉਹਦੇ ਨਾਲ ਜੇ ਤੁਸੀਂ ਨਹਾਉਂਦੇ ਹੋ ਤੁਸੀਂ ਸੋਹਣੇ ਹੋ ਜਾਂਦੇ ਹੋ। ਕਹਿੰਦੀ ਔਰਤਾਂ 'ਚ ਤਾਂ ਇੰਨਾ ਕੰਪੀਟੀਸ਼ਨ ਆ ਵੀ ਜੇ ਅੱਜ ਕਿਸੇ ਨੇ ਡਾਇਮੰਡ ਈਅਰਿੰਗਸ ਲੈ ਲਏ ਤਾਂ ਦੂਜੀ ਨੇ ਜਿੰਨਾ ਚਿਰ ਨਹੀਂ ਲਏ, ਮਤਲਬ ਉਹ ਅੰਦਰੋਂ ਹੀ ਬੇਇੱਜ਼ਤੀ ਮਹਿਸੂਸ ਕਰਦੀ ਰਹੂਗੀ। ਜਿਹੜੇ ਬਾਹਰ ਵੀ ਲੋਕ ਗਏ ਹੋਏ ਨੇ ਨਾ, ਤਾਂ ਉਹਨਾਂ ਨੂੰ ਵੀ ਤੁਸੀਂ ਪੁੱਛ ਕੇ ਦੇਖੋ, ਉਹ ਵੀ ਮਤਲਬ ਕਹਿੰਦੇ ਨੇ ਵੀ ਕਿਹੜੀ ਘੜੀ ਆ ਵੀ ਜੇ ਅਸੀਂ ਮਤਲਬ ਇੱਥੋਂ ਕਿਤੇ ਵਾਪਸ ਜਾ ਸਕੀਏ। ਕਿੰਨੀਆਂ ਆਪਾਂ ਚੀਜ਼ਾਂ ਦੇਖੀਆਂ ਨੇ ਵੀ ਜਿਹੜੇ ਲੋਕਾਂ ਦੇ ਕਈ ਵਾਰ ਬੱਚਿਆਂ ਦੇ ਜਦੋਂ ਵੀਜ਼ੇ ਨਹੀਂ ਆਉਂਦੇ ਫਿਰ ਉਹ ਆਪਣੀ ਜ਼ਿੰਦਗੀ ਨੂੰ ਖਤਮ ਵੀ ਕਰ ਲੈਂਦੇ ਨੇ, ਹੈ ਨਾ। ਹੁਣ ਮੈਂ ਜਿੱਥੇ ਮਰਜ਼ੀ ਰਹਿੰਦੀ ਹੋਵਾਂਗਾ, ਮੈਨੂੰ ਲੱਗੂਗਾ ਵੀ ਯਾਰ ਜੇ ਸਾਡੇ ਸ਼ਰੀਕੇ 'ਚੋਂ ਕਿਸੇ ਨੇ ਆਹ ਚੀਜ਼ ਲਈ, ਅਸੀਂ ਲੈ ਲਈਏ ਛੇਤੀ, ਹੈ ਨਾ, ਮੈਂ ਉਹਦੇ ਨਾਲ ਹੀ ਖੁਸ਼ ਹੋਊਂਗੀ। ਬਹੁਤ ਸਾਰੇ ਮੈਂ ਇੱਦਾਂ ਦੇ ਲੋਕਾਂ ਨੂੰ ਜਾਣਦੀ ਹਾਂ ਜਿਹੜੇ ਸਿਰਫ ਇਸ ਗੱਲ ਕਰਕੇ ਡਿਪਰੈਸ਼ਨ 'ਚ ਨੇਗੇ ਵੀ ਉਹਨਾਂ ਦਾ ਬਾਹਰਲਾ ਨਹੀਂ ਬਣਿਆ ਹੈਗਾ, ਉਹ ਬਾਹਰ ਨਹੀਂ ਜਾ ਸਕੇ ਤੇ ਉਹਨਾਂ ਨੂੰ ਲੱਗਦਾ ਵੀ ਇੱਧਰ ਉਹਨਾਂ ਦੀ ਜ਼ਿੰਦਗੀ ਹੈ ਹੀ ਨਹੀਂ ਗੀ, ਹੈ ਨਾ। ਆਸ ਨਾ ਖਤਮ ਕਰੋ ਕਦੇ ਵੀ ਚੀਜ਼ ਨੂੰ, ਇਹ ਨਾ ਕਹੋ ਕਿਸੇ ਵੀ ਸਿਚੁਏਸ਼ਨ 'ਚ ਇਹ ਨਾ ਮੰਨੋ ਵੀ ਇੱਥੇ ਕੋਈ ਆਸ ਹੀ ਹੈ ਨਹੀਂ ਗੀ, ਹੈ ਨਾ। ਬਿਲਕੁਲ। ਤੁਸੀਂ ਇੰਨਾ ਜ਼ਿਆਦਾ ਸੰਤੁਸ਼ਟ ਕਰਨ ਦੇ ਚੱਕਰ 'ਚ ਕਈ ਵਾਰ ਤੁਹਾਨੂੰ ਆਪ ਨੂੰ ਨਹੀਂ ਪਤਾ ਹੁੰਦਾ ਵੀ ਮੈਂ ਹੈਗਾ ਦੁਨੀਆ ਤੇ, ਮੈਂ ਜਿਉਂ ਰਿਹਾ ਦੁਨੀਆ ਤੇ। ਇਹ ਬੰਦਾ ਵੀ ਵਧੀਆ ਆਪਦੀ ਤਨਖਾਹ ਮਤਲਬ ਨੌਕਰੀ ਕਰਕੇ ਤਨਖਾਹ ਲੈਂਦਾ, ਆਪਣੇ ਘਰ ਦਾ ਗੁਜ਼ਾਰਾ ਚਲਾ ਸਕਦਾ ਵਾ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ। ਤੁਸੀਂ ਸਾਰੇ ਵੇਖ ਰਹੇ ਹੋ ਪ੍ਰੋਗਰਾਮ ਗੱਲ ਤੇ ਗੱਲ। ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਸਾਨੂੰ ਸੁਰਿੰਦਰ ਸਿੰਘ ਦਾਊ ਮਾਜਰਾ ਉਹਨਾਂ ਨੇ ਲਿਖ ਕੇ ਭੇਜਿਆ ਸੀ। ਬਹੁਤ ਸੋਹਣਾ ਲਿਖਦੇ ਨੇ ਉਹ, ਤੇ ਉਹਨਾਂ ਨੇ ਕਿਹਾ ਸੀ ਕਿ ਇਸ ਵਿਸ਼ੇ ਦੇ ਉੱਪਰ ਗੱਲ ਕੀਤੀ ਜਾਣੀ ਚਾਹੀਦੀ ਹੈ। ਆਪਾਂ ਸਾਰੇ ਜਾਣਦੇ ਕਿ ਜ਼ਿੰਦਗੀ ਬਹੁਤ ਛੋਟੀ ਹੈ, ਪਰ ਇਸ ਜ਼ਿੰਦਗੀ ਦੇ ਕਿੰਨੇ ਸਾਰੇ ਸਾਲ ਨੇ, ਕਿੰਨੇ ਸਾਰੇ ਮਹੀਨੇ ਨੇ ਜਿਹੜੇ ਅਸੀਂ ਅਸੰਤੁਸ਼ਟੀ 'ਚ ਗੁਜ਼ਾਰ ਦਿੰਦੇ ਹਾਂ। ਜਿੱਥੇ ਅਸੀਂ ਰਹਿੰਦੇ ਹਾਂ ਅਸੀਂ ਉਸ ਜਗ੍ਹਾ ਤੋਂ ਸੰਤੁਸ਼ਟ ਨਹੀਂ ਹੁੰਦੇ, ਜੋ ਕੁਦਰਤ ਨੇ ਸਾਨੂੰ ਦਿੱਤਾ ਹੁੰਦਾ ਅਸੀਂ ਉਹਨਾਂ ਚੀਜ਼ਾਂ ਤੋਂ ਸੰਤੁਸ਼ਟ ਨਹੀਂ ਹੁੰਦੇ। ਇੱਥੋਂ ਤੱਕ ਕਿ ਅਸੀਂ ਆਪਣੀ ਸ਼ਕਲ, ਆਪਣੇ ਕੱਦ-ਕਾਠ, ਆਪਣੇ ਮੁਹਾਂਦਰੇ ਤੋਂ ਵੀ ਸੰਤੁਸ਼ਟ ਨਹੀਂ ਹੁੰਦੇ। ਉਹਨਾਂ ਨੇ ਬੜੀ ਸੋਹਣੀ ਗੱਲ ਕਹੀ ਸੀ ਕਿ ਬਹੁਤ ਸਾਰੇ ਲੋਕ ਜੋ ਪੰਜਾਬ ਰਹਿੰਦੇ ਨੇ ਜਾਂ ਇੱਧਰਲੇ ਮੁਲਕ ਰਹਿੰਦੇ ਨੇ, ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕੈਨੇਡਾ, ਅਮਰੀਕਾ ਵਰਗੀਆਂ ਜਿਹੜੇ ਦੇਸ਼ ਨੇ ਉਹਨਾਂ 'ਚ ਜਾਈਏ, ਉੱਥੇ ਜਾ ਕੇ ਅਸੀਂ ਖੁਸ਼ਹਾਲ ਹੋ ਸਕਦੇ ਹਾਂ ਪੈਸੇ ਦੇ ਮਾਮਲੇ 'ਚ। ਪਰ ਜੋ ਲੋਕ ਉੱਧਰ ਰਹਿ ਰਹੇ ਨੇ, ਜਿਹੜੇ ਖੁਦ ਨੂੰ ਪੈਸੇ ਦੇ ਮਾਮਲੇ 'ਚ ਖੁਸ਼ਹਾਲ ਕਹਿ ਰਹੇ ਨੇ, ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਮੁੜ ਕੇ ਪੰਜਾਬ ਜਾਈਏ, ਕਿਉਂਕਿ ਇੱਥੇ ਰਹਿ ਕੇ ਅਸੀਂ ਇਕੱਲਤਾ ਦਾ ਸ਼ਿਕਾਰ ਹਾਂ। ਸੋ ਇਹੀ ਗੱਲ ਕਹਿ ਸਕਦੇ ਹਾਂ ਕਿ ਹਰ ਬੰਦਾ ਆਪਣੀ ਜਗ੍ਹਾ 'ਤੇ ਖੁਸ਼ ਨਹੀਂ ਹੈ, ਪਰ ਕਿੰਨਾ ਚੰਗਾ ਹੋਵੇ ਜੇ ਅਸੀਂ ਜੋ ਜ਼ਿੰਦਗੀ ਮਿਲੀ ਹੈ ਉਹਨੂੰ ਉਸ ਢੰਗ ਨਾਲ ਮਾਣ ਲਈਏ ਜਿਵੇਂ ਕੁਦਰਤ ਨੇ ਸਾਨੂੰ ਬਖਸ਼ੀ ਹੈ, ਤਾਂ ਜ਼ਿੰਦਗੀ ਕਿੰਨੀ ਸੋਹਣੀ ਹੋ ਸਕਦੀ ਆ। ਇਸ ਚੀਜ਼ 'ਤੇ ਆਪਾਂ ਅੱਜ ਗੱਲਬਾਤ ਕਰਾਂਗੇ ਤੇ ਹਮੇਸ਼ਾ ਤਰ੍ਹਾਂ ਗੁਰਦੀਪ ਗਰੇਵਾਲ ਨਾਲ ਹੋਣਗੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਗੁਰਦੀਪ। ਸਤਿ ਸ਼੍ਰੀ ਅਕਾਲ ਭੈਣੇ, ਕੀ ਹਾਲ ਹੈ? ਵਧੀਆ, ਤੁਸੀਂ ਕਿਵੇਂ ਹੋ? ਮੈਂ ਵਧੀਆ। ਮੈਨੂੰ ਮੇਰੇ ਨਾਲ ਝਮੇਲਾ ਹੀ ਪੈ ਜਾਂਦਾ ਸ਼ਬਦਾਂ ਦਾ, ਇੰਨੇ ਜ਼ਿਆਦਾ ਇਕੱਠੇ ਹੋ ਜਾਂਦੇ ਨੇ ਨਾ ਕਿ ਮੈਨੂੰ ਲੱਗਦਾ ਹੁੰਦਾ ਕਿ ਬਸ ਹੁਣ ਮੈਂ ਸਮੇਟ ਲਾਂ ਇਹਨਾਂ ਨੂੰ। ਹਾਂ ਨਹੀਂ, ਪਰ ਅੱਜ ਦਾ ਵਿਸ਼ਾ ਕਾਫੀ ਵਧੀਆ। ਆਪਾਂ
ਅਕਸਰ ਹੀ ਇਸ ਚੀਜ਼ ਬਾਰੇ ਗੱਲਬਾਤ ਕਰਦੇ ਰਹਿੰਦੇ ਹਾਂ ਕਿ ਆਪਾਂ ਸੰਤੁਸ਼ਟ ਬਹੁਤ ਘੱਟ ਹੁੰਦੇ ਆ ਨਾ। ਜੋ ਸਾਡੇ ਕੋਲੇ ਹੈ ਅਸੀਂ ਉਹਦੇ ਬਾਰੇ ਹਮੇਸ਼ਾ ਬਹੁਤ ਘੱਟ ਸੋਚਦੇ ਹਾਂ, ਕਦੇ ਸੋਚਦੇ ਹੀ ਨਹੀਂ, ਜਾਂ ਉਹਦੇ ਲਈ ਆਪਾਂ ਕਦੇ ਇਹ ਨਹੀਂ ਕਹਿੰਦੇ ਵੀ ਹਾਂ ਮੇਰੇ ਕੋ ਵੀ ਪ੍ਰਮਾਤਮਾ ਨੇ ਮੈਨੂੰ ਵੀ ਕੁਝ ਦਿੱਤਾ, ਆਪਾਂ ਸ਼ੁਕਰਗੁਜ਼ਾਰ ਨਹੀਂ ਹੁੰਦੇ। ਆਪਾਂ ਜੋ ਚੀਜ਼ਾਂ ਸਾਡੇ ਕੋਲੇ ਨਹੀਂ ਹੁੰਦੀਆਂ ਜਾਂ ਆਪਾਂ ਦੂਜੇ ਵੱਲ ਦੇਖ ਦੇਖ ਕੇ ਝੁਰੀ ਜਾਂਦੇ ਹਾਂ ਨਾ, ਵੀ ਮੇਰੀ ਜ਼ਿੰਦਗੀ ਇਹੋ ਜਿਹੀ ਕਿਉਂ ਨਹੀਂ, ਜਾਂ ਮੈਂ ਇਹਦੇ ਵਰਗਾ ਕਿਉਂ ਨਹੀਂ ਦਿਸਦਾ ਹੈਗਾ, ਜਾਂ ਮੈਂ ਇਹਦੇ ਜਿੰਨਾ ਮੈਂ ਕਿਉਂ ਨਹੀਂ ਕਮਾਉਂਦਾ, ਇਹਦੇ ਵਰਗਾ ਮੈਂ ਕਿਉਂ ਨਹੀਂ ਖਾਂਦਾ, ਕਿਉਂ ਨਹੀਂ ਪਾਉਂਦਾ ਹੈਗਾ। ਸੋ ਬਹੁਤ ਵਧੀਆ ਆ। ਪਰ ਅੱਜ ਦਾ ਨਾ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਜਿਵੇਂ ਆਪਾਂ ਬਹੁਤ ਚਿਰ ਤੋਂ ਡਿਸਕਸ ਕਰਦੇ ਆ ਰਹੇ ਸੀਗੇ ਵੀ ਆਪਾਂ ਆਪਣੇ ਦਰਸ਼ਕਾਂ ਦੇ ਜਿਹੜੇ ਕਮੈਂਟ ਲਿਖੇ ਹੁੰਦੇ ਨੇ ਵੀ ਉਹਨਾਂ ਨੂੰ ਵੀ ਸ਼ਾਮਿਲ ਕਰਿਆ ਕਰੀਏ, ਹੈ ਨਾ। ਬਿਲਕੁਲ। ਤੇ ਜਿਹੜਾ ਆਪਣਾ ਪਿਛਲਾ ਐਪੀਸੋਡ ਗਿਆ ਸੀਗਾ ਬੱਚਤ ਵਾਲਾ, ਤੇ ਉਹਦੇ ਵਿੱਚ ਨਾ ਕਿਸੇ ਨੇ ਕੋਈ ਬਲੌਗ ਵਾਲੇ ਸੀਗੇ, ਉਹਨਾਂ ਨੇ ਆ ਕੇ ਕਮੈਂਟ ਕੀਤਾ ਸੀਗਾ ਵੀ ਭੈਣੇ ਵੀ ਜੇ ਤੁਸੀਂ ਬੱਚਤ ਦੀ ਗੱਲ ਕਰਦੀ ਹੋ, ਭੈਣੋ ਜੇ ਤੁਸੀਂ ਬੱਚਤ ਦੀ ਗੱਲ ਕਰਦੀ ਹੋ ਤਾਂ ਤੁਸੀਂ ਵੀ ਸੂਟ ਰਿਪੀਟ ਕਰ ਲਿਆ ਕਰੋ। ਹੁਣ ਮੈਨੂੰ ਸੱਚੀ ਸੱਚੀ ਦੱਸੋ ਵੀ ਤੁਸੀਂ ਆਹ ਸੂਟ ਕਿੰਨੀ ਵਾਰੀ ਪਾਇਆ ਤੇ ਵੀ ਸੋਸ਼ਲ ਦੇ ਪ੍ਰੋਗਰਾਮ 'ਚ? ਮੈਨੂੰ ਲੱਗਦਾ ਮੈਂ ਤੀਜੀ ਚੌਥੀ ਵਾਰ ਤਾਂ ਇਹਨੂੰ ਪਾ ਲਿਆ ਗੁਰਦੀਪ, ਹਨਾ। ਸਗੋਂ ਆਪਾਂ ਤਾਂ ਮੈਨੂੰ ਐਂ ਲੱਗਦਾ ਹੁੰਦਾ ਵੀ ਆਪਾਂ ਬਹੁਤ ਜ਼ਿਆਦਾ ਕੱਪੜੇ ਰਿਪੀਟ ਕਰਦੇ ਆ। ਕਈ ਵਾਰ ਸਗੋਂ ਆਪਾਂ ਗੱਲ ਕਰਦੇ ਹੁੰਦੇ ਆ ਵੀ ਆਪਾਂ ਗੱਲ ਤੇ ਗੱਲ 'ਚ ਕਿੰਨੇ ਸੂਟ ਨੇ ਜਿਹੜੇ ਕਿੰਨੀ ਵਾਰ ਦੁਬਾਰਾ ਪਾ ਲਏ, ਹਨਾ। ਤੇ ਉਹ ਇਸ ਲਈ ਨਹੀਂ ਆਪਾਂ ਕਹਿੰਦੇ ਹੁੰਦੇ ਵੀ ਸਾਨੂੰ ਮਤਲਬ ਸੂਟ ਨੂੰ ਰਿਪੀਟ ਕਰਨ 'ਚ ਬੁਰਾ ਲੱਗਦਾ। ਆਪਾਂ ਸੋਚਦੇ ਹੁੰਦੇ ਵੀ ਜਿਹੜੇ ਲੋਕ ਦੇਖਦੇ ਹੋਣਗੇ ਉਹ ਕਹਿੰਦੇ ਹੋਣਗੇ ਵੀ ਇਹ ਮਤਲਬ ਚੇਂਜ ਨਹੀਂ ਕਰਦੇ ਇਸ ਚੀਜ਼ ਲਈ। ਹਾਂ, ਪਰ ਤੁਸੀਂ ਦੇਖਿਆ ਉਹ ਕਈ ਸੂਟ ਆਪਣੇ ਇਹੋ ਜਿਹੇ ਵੀ ਨੇ ਜਿਹੜੇ ਆਪਾਂ 2-2 ਸਾਲ ਪੁਰਾਣੇ ਵੀ ਇੰਟਰਵਿਊਜ਼ ਦੇ ਵਿੱਚ ਪਾ ਰਹੇ ਹਾਂ ਨਾ। ਹਾਂ, ਪਰ ਮੈਨੂੰ ਲੱਗਦਾ ਵੀ ਜਿਵੇਂ ਸ਼ਾਇਦ ਉਹ ਆਪਣੇ ਰੈਗੂਲਰ ਵਿਊਅਰ ਨਹੀਂ ਹੋਣੇ, ਉਹਨਾਂ ਨੇ ਨਹੀਂ ਦੇਖਿਆ ਹੋਣਾ, ਪਰ ਮੈਂ ਉਹਨਾਂ ਦੇ ਲਈ ਕਹਿਣਾ ਚਾਹੁੰਦੀ ਆ ਵੀ ਅਸੀਂ ਵੀ ਕੱਪੜੇ ਰਿਪੀਟ ਕਰਦੇ ਆ। ਤੇ ਆ ਮੇਰੇ ਕੋਲ ਇੱਕੋ ਹੀ ਕਾਲੀ ਚੁੰਨੀ ਆ ਭੈਣੇ, ਪੀਲੀ ਚੁੰਨੀ ਵੀ ਮੇਰੇ ਕੋਲ ਇੱਕ ਆ, ਤੇ ਮੇਰੇ ਕੋਲੇ ਚਿੱਟੀ ਚੁੰਨੀ ਵੀ ਇੱਕ ਆ। ਤੇ ਉਹ ਮਤਲਬ ਜਿੱਥੇ ਲੋਟ ਆਉਂਦਾ ਆਪਾਂ ਉਹਦੇ ਨਾਲ ਹੀ ਪਾ ਲੈਂਦੇ ਆ ਨਾ। ਤੇ ਹੁਣ ਜਿਵੇਂ ਆ ਕੁੜਤੇ ਨੇਗੇ, ਜਿਵੇਂ ਆਪਾਂ ਨੂੰ ਪਤਾ ਵੀ ਆਪਾਂ ਨੂੰ ਜ਼ਿਆਦਾ ਕੱਪੜੇ ਚਾਹੀਦੇ ਹੁੰਦੇ ਨੇ, ਪਰ ਉਨੇ ਵੀ ਨਹੀਂ ਵੀ ਆਪਾਂ ਲੈ ਲਈ ਸਿੱਟੀ ਜਾਂਦੇ ਆ। ਵੀ ਜਿਵੇਂ ਸ਼ੂਟ ਦੇ ਮਾਮਲੇ 'ਚ ਆਪਾਂ ਨੂੰ ਹੁੰਦਾ ਵੀ ਚਲੋ ਥੋੜ੍ਹਾ ਜਿਹਾ ਬਦਲ ਕੇ ਪਾਇਆ ਜਾਂਦਾ, ਵੀ ਥੋੜ੍ਹਾ ਅਲੱਗ ਲੱਗਦਾ ਵਾ। ਤੇ ਆ ਵੀ ਮਤਲਬ ਦੇਖ ਲਓ ਲੱਛੇ 100 ਰੁਪਏ ਦਾ ਕੁੜਤਾ ਵਾ ਇਹ। ਨਹੀਂ, ਨਾਲੇ ਗੁਰਦੀਪ ਜਿਵੇਂ ਤੁਸੀਂ ਕਿਹਾ ਵੀ ਉਹ ਆਪਾਂ ਨੂੰ ਰੈਗੂਲਰ ਨਹੀਂ ਦੇਖ ਰਹੇ ਮੇਰੇ ਤਾਂ ਅੱਧੇ ਕੱਪੜੇ ਇਹੋ ਜਿਹੇ ਨੇ ਜਿਹੜੇ ਮੈਂ ਪਿਛਲੇ ਚੈਨਲ 'ਚ ਵੀ ਪਾਉਂਦੀ ਸੀ। ਬਿਲਕੁਲ, ਜਿਹੜੇ ਮੈਂ ਇਸ ਚੈਨਲ 'ਚ ਵੀ ਪਾ ਰਹੀ। ਪਰ ਮਤਲਬ ਇੱਕ ਚੀਜ਼ ਇਹ ਹੈ ਕਿ ਆਪਾਂ ਉਹ ਇਕੱਲਾ ਬੱਚਤ ਤੇ ਪ੍ਰੋਗਰਾਮ ਨਹੀਂ ਕੀਤਾ, ਆਪਾਂ ਇੱਕ ਪ੍ਰੋਗਰਾਮ ਇਹ ਵੀ ਕੀਤਾ ਸੀ ਕਿ ਜੇ ਤੁਸੀਂ ਕਮਾਉਂਦੇ ਹੋ ਤਾਂ ਤੁਹਾਨੂੰ ਥੋੜਾ ਜਿਹਾ ਪੈਸਾ ਆਪਣੇ ਤੇ ਵੀ ਖਰਚਣਾ ਚਾਹੀਦਾ। ਅਸਲ ਦੇ ਵਿੱਚ ਬੱਚਤ ਨਹੀਂ, ਆਪਾਂ ਬੇਸਿਕਲੀ ਉਹ ਪ੍ਰੋਗਰਾਮ ਸੀਗਾ ਮਾਨਸਿਕਤਾ ਤੇ ਸੀਗਾ, ਹਨਾ। ਵੀ ਕਈ ਵਾਰੀ ਹੁਣ ਜ਼ਰੂਰਤ ਦੀ ਚੀਜ਼ ਤੋਂ ਬਿਨਾਂ ਤੁਸੀਂ ਕਿਵੇਂ ਸਾਰ ਲਓਗੇ, ਉਹ ਤਾਂ ਤੁਸੀਂ ਲੈਣੀ ਓ ਲੈਣੀ ਆ। ਪਰ ਜਿਹੜੀ ਆਪਾਂ ਕਈ ਵਾਰ ਸੋਚ ਲੈਂਦੇ ਆ ਵੀ ਕਿਸੇ ਨੂੰ ਪ੍ਰਭਾਵਿਤ ਕਰਨ ਦੇ ਲਈ ਜਾਂ ਵੈਸੇ ਹੀ ਆਪਾਂ ਨੂੰ ਜ਼ਿਆਦਾ ਖਰਚਣ ਦੀ ਜਦੋਂ ਆਦਤ ਹੁੰਦੀ ਹੈ, ਜਿਵੇਂ ਇੱਕ ਭੈਣ ਦਾ ਮੈਸੇਜ ਵੀ ਆਇਆ ਸੀਗਾ ਵੀ ਮੈਂ ਸੱਚੀ ਜਦੋਂ ਵੀ ਆਫ ਲੱਗਿਆ ਹੁੰਦਾ, ਮੈਨੂੰ ਚਾਹੇ ਜ਼ਰੂਰਤ ਹੋਵੇ ਚਾਹੇ ਨਾ ਹੋਵੇ, ਵੀ ਮੇਰੇ ਮਦਰ ਨੇ ਮੈਨੂੰ ਉਹ ਪ੍ਰੋਗਰਾਮ ਭੇਜਿਆ ਸੀਗਾ ਵੀ ਅੱਜ ਤੇਰੇ ਲਈ ਇਹ ਐਪੀਸੋਡ ਆਇਆ, ਵੀ ਮੈਂ ਸੱਚੀ ਭੈਣੇ ਸ਼ਾਪਿੰਗ ਕਰਦੀ ਹਾਂ। ਜਿੱਥੇ ਕਿਤੇ ਕਹਿੰਦੇ ਮੈਂ 15% ਵੀ ਦੇਖ ਲੈਂਦੀ ਮੈਂ ਤਾਂ ਵੀ ਸ਼ਾਪਿੰਗ ਕਰ ਲੈਂਦੀ ਹਾਂ। ਬਹੁਤ ਸਮਝਦਾਰ ਲੋਕ ਨੇ ਗੁਰਦੀਪ, ਜਿਹੜੇ ਉਹਨਾਂ ਨੇ ਬਹੁਤ ਚੰਗਾ ਫੀਡਬੈਕ ਦਿੱਤਾ। ਜਿਵੇਂ ਭਿੰਦਰ ਬਰਗਾੜੀ ਹੈ ਨਾ, ਉਹ ਕਿੱਡਾ ਤਕੜਾ ਬਿਜ਼ਨਸ ਕਰ ਰਹੇ ਨੇ। ਉਹਨਾਂ ਨੇ ਵੀ ਲਿਖ ਕੇ ਭੇਜਿਆ ਵੀ ਮੈਨੂੰ ਇਹ ਚੀਜ਼ ਬਹੁਤ ਚੰਗੀ ਲੱਗੀ ਕਿ ਮਤਲਬ ਕਿਸੇ ਪਲੇਟਫਾਰਮ ਤੇ ਇਸ ਚੀਜ਼ ਬਾਰੇ ਗੱਲ ਹੁੰਦੀ ਹੈ। ਉਹ ਕਹਿੰਦੇ ਮੈਂ ਅਕਸਰ ਇਹਨਾਂ ਚੀਜ਼ਾਂ ਬਾਰੇ ਲਿਖਦਾ ਰਹਿਣਾ, ਖਾਸ ਕਰਕੇ ਜਿਹੜੇ ਆਪਣੇ ਪਿੰਡਾਂ ਵਾਲੇ ਜ਼ਿਮੀਂਦਾਰ ਪਰਿਵਾਰ ਨੇ, ਕਿ ਉਹ ਮਤਲਬ ਕਿਵੇਂ ਵੱਡੀਆਂ ਲਿਮਟਾਂ ਦੇ ਥੱਲੇ ਆ ਜਾਂਦੇ ਆ, ਵੱਡੇ ਕਰਜ਼ਿਆਂ ਦੇ ਥੱਲੇ। ਕਿਉਂਕਿ ਜਦੋਂ ਆਪਾਂ ਉਵੇਂ ਗੱਲ ਕੀਤੀ ਸੀ, ਹਰੇਕ ਚੀਜ਼ ਅਫੋਰਡੇਬਲ ਲੱਗਣ ਲੱਗ ਜਾਂਦੀ ਹੈ ਨਾ, ਕ੍ਰੈਡਿਟ ਕਾਰਡ, ATM ਦੇ ਥਰੂ, ਤਾਂ ਫਿਰ ਮਤਲਬ ਇਹ ਚੀਜ਼ਾਂ ਵਾਪਰਦੀਆਂ ਨੇ। ਤੇ ਮੈਨੂੰ ਲੱਗਦਾ ਵੀ ਇਹੋ ਜਿਹੇ 1-2 ਲੋਕ ਹੁੰਦੇ ਹੀ ਨੇ ਵਿੱਚ, ਜਿਨ੍ਹਾਂ ਨੂੰ ਆਪਣੀ ਰਾਏ ਨਾਲ ਹਰ ਕੋਈ ਸਹਿਮਤ ਨਹੀਂ ਹੋ ਸਕਦਾ। ਹਾਂ ਬਿਲਕੁਲ ਨਹੀਂ, ਪਰ ਜਿਵੇਂ ਜਿੱਥੋਂ ਤੱਕ ਕੱਪੜੇ ਰਿਪੀਟ ਕਰਨ ਦੀ ਗੱਲ ਆ ਤਾਂ ਅਸੀਂ ਕਰਦੇ ਹਾਂ ਤੇ ਪੂਰੇ ਮਾਣ ਨਾਲ ਕਰਦੇ ਹਾਂ। ਅਸੀਂ ਵੀ ਸਾਰੀ ਤਨਖਾਹ ਕੱਪੜਿਆਂ ਤੇ ਨਹੀਂ ਲਾਉਂਦੇ, ਸਾਡੇ ਵੀ ਪਰਿਵਾਰ ਨੇਗੇ, ਜਾਂ ਆਪਦੇ ਕੁਝ ਵੱਡੇ ਖਰਚੇ ਵੀ ਹੁੰਦੇ ਨੇ, ਤੁਸੀਂ ਵੀ ਸੇਵਿੰਗਸ ਕਰਨੀਆਂ ਹੁੰਦੀਆਂ ਨੇ। ਸੋ ਤੁਸੀਂ ਦੇਖਿਓ ਆਉਣ ਵਾਲੇ ਐਪੀਸੋਡ 'ਚ ਆਹੀ ਕੁੜਤਾ ਮੇਰਾ ਤੁਹਾਨੂੰ ਕਿੰਨੀ ਵਾਰੀ ਪਾਇਆ ਦੇਖਣ ਨੂੰ ਮਿਲੇਗਾ, ਤੇ ਆਹੀ ਕਾਲੀ ਚੁੰਨੀ ਬਦਲੀ ਨਹੀਂ ਹੁੰਦੀ। ਜਦੋਂ ਵੀ ਕਾਲੀ ਚੁੰਨੀ ਹੋਊਗੀ ਇਹੀ ਹੋਊਗੀ। ਮੈਂ ਕਿਹਾ ਨਾਲੇ ਆਪਾਂ ਇਹ ਨਹੀਂ ਕਹਿੰਦੇ ਨਾ ਵੀ ਹੁਣ ਕੰਜੂਸ ਮੱਖੀ ਚੂਸ ਵਾਲਾ ਕੰਮ ਕਰਨ ਲੱਗ ਜਾਓ ਨਾ। ਮੈਂ ਤਾਂ ਇਹ ਵੀ ਆਪਾਂ ਕਹਿੰਦੇ ਆ ਕਿ ਆਪਾਂ ਨੂੰ ਵੀ ਜ਼ਿੰਦਗੀ ਇੱਕ ਵਾਰ ਮਿਲੀ ਆ, ਮਤਲਬ ਪਰ ਇਹ ਨਸੀਹਤ ਇਹ ਹੈ ਕਿ ਹਮੇਸ਼ਾ ਚਾਦਰ ਦੇਖ ਕੇ ਪੈਰ ਜਿਹੜੇ ਉਹ ਸਾਰਨੇ ਚਾਹੀਦੇ। ਤੇ ਦੂਸਰੇ ਇਹ ਵੀ ਹੁੰਦਾ ਨਾ ਵੀ ਕਈ ਵਾਰ ਤੁਹਾਡੇ ਘਰੇ ਕੋਈ ਐਮਰਜੈਂਸੀ ਆ ਜਾਵੇ ਤੇ ਉਦੋਂ ਤੁਹਾਡੇ ਕੋਲੇ ਕੋਈ ਕੁਝ ਹੋਵੇ ਹੀ ਨਾ, ਹਨਾ। ਸੋ ਉਹਦੇ ਤੇ ਗੱਲ ਸੀਗੀ। ਤੇ ਅੱਜ ਵਾਲਾ ਵਿਸ਼ਾ ਵੀ ਵਾਕਈ ਬਹੁਤ ਸੋਹਣਾ ਵਾ ਨਾ। ਤੇ ਆਪਾਂ ਅਕਸਰ ਉਦਾਂ ਦਾ ਮੈਂ ਕਾਫੀ ਸੰਤੁਸ਼ਟ ਰਹਿੰਦੀ ਆ, ਪਰ ਕਦੇ ਕਦੇ ਮੈਨੂੰ ਆਏ ਹੋ ਜਾਂਦਾ ਵਾ ਵੀ ਹੁਣ ਕੁਝ ਬਦਲਾਅ ਚਾਹੀਦਾ ਜ਼ਿੰਦਗੀ 'ਚ, ਹਨਾ। ਜਾਂ ਕਈ ਵਾਰੀ ਆਪਾਂ ਹਮੇਸ਼ਾ ਸਿਹਤ ਨੂੰ ਲੈ ਕੇ ਡਿਸਕਸ ਕਰਦੇ ਹੁੰਦੇ ਆ ਨਾ, ਵੀ ਆਪਾਂ ਆਪਣੇ ਤੋਂ ਪਤਲੇ ਲੋਕਾਂ ਨੂੰ ਦੇਖਦੇ ਰਹਿੰਦੇ ਆ ਵੀ ਆਪਾਂ ਕਿਉਂ ਨਹੀਂ ਇੰਨਾ ਵਰਗੇ ਹੈਗੇ, ਆਪਾਂ ਕਿਉਂ ਨਹੀਂ ਇੰਨੇ ਫਿੱਟ ਹੈਗੇ। ਉਹਨਾਂ ਮਾਮਲਿਆਂ ਦੇ ਵਿੱਚ ਮੈਨੂੰ ਜ਼ਿਆਦਾ ਸੰਤੁਸ਼ਟੀ ਰਹਿੰਦੀ ਆ। ਤੇ ਪਰ ਜਿਵੇਂ ਕਈ ਵਾਰੀ ਜਿਵੇਂ ਤੁਸੀਂ ਕਿਸੇ ਹੋਰ ਬੰਦੇ ਨੂੰ ਮਿਲਦੇ ਹੋ ਜਾਂ ਜਿਵੇਂ ਇੰਟਰਵਿਊ
ਦੇ ਸਿਲਸਿਲੇ 'ਚ ਵੀ ਆਪਾਂ ਹੋਰ ਲੋਕਾਂ ਨੂੰ ਮਿਲਦੇ ਹਾਂ, ਹੈ ਨਾ। ਕਈ ਵਾਰੀ ਜਿਵੇਂ ਤੁਹਾਨੂੰ ਲੱਖ ਲੱਖ ਸੈਲਰੀ ਵਾਲੇ ਲੋਕ ਵੀ ਮਿਲਦੇ ਨੇਗੇ, ਤਾਂ ਜਦੋਂ ਤੁਸੀਂ ਉਹਨਾਂ ਤੋਂ ਵੀ ਸੁਣਦੇ ਹੋ ਵੀ ਉਹ ਵੀ ਕਹਿੰਦੇ ਨੇ ਵੀ ਸਾਨੂੰ ਸਾਡਾ ਇੱਥੇ ਕੋਈ ਫਿਊਚਰ ਨਹੀਂ ਲੱਗਦਾ ਹੈਗਾ, ਵੀ ਮਤਲਬ ਅਸੀਂ ਤਾਂ ਹੁਣ ਬਾਹਰ ਦਾ ਹੀ ਦੇਖ ਰਹੇ ਹਾਂ, ਹੈ ਨਾ। ਤਾਂ ਫਿਰ ਮੈਨੂੰ ਬੜੀ ਹੈਰਾਨੀ ਹੁੰਦੀ ਹੈ, ਕਿਉਂਕਿ ਬਾਹਰ ਦੀ ਜ਼ਿੰਦਗੀ ਵਿੱਚ ਜਿਹੜੇ ਲੋਕ ਦੇਖ ਰਹੇ ਨੇ ਜਾਂ ਜਿਹੜੇ ਆਪਾਂ ਦੇਖ ਕੇ ਆਏ ਆ, ਮੈਨੂੰ ਉੱਥੇ ਜਾ ਕੇ ਇਹ ਚੀਜ਼ ਮਹਿਸੂਸ ਹੋਈ ਵੀ ਜੇ ਇੱਥੇ ਜਾ ਕੇ ਵੀ ਇੱਥੇ ਆ ਕੇ ਵੀ ਸਾਨੂੰ ਇਹ ਲੱਗਣ ਲੱਗ ਗਿਆ ਵੀ ਮੈਂ ਸੰਤੁਸ਼ਟ ਨਹੀਂ ਆ, ਵੀ ਫਿਰ ਅਸੀਂ ਕਿੱਧਰ ਜਾਵਾਂਗੇ, ਹੈ ਨਾ। ਫਿਰ ਤਾਂ ਕੁੱਲ ਮਿਲਾ ਕੇ ਉਹੀ ਡਿਪਰੈਸ਼ਨ 'ਚ ਜਾਣ ਵਾਲਾ ਹਿਸਾਬ ਹੁੰਦਾ ਵਾ। ਸੋ ਮੈਨੂੰ ਲੱਗਦਾ ਹੁੰਦਾ ਕਿ ਸਾਨੂੰ ਥੋੜ੍ਹੀ ਐਨਾਲਿਸਿਸ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ ਵੀ ਕਿਤੇ ਆਪਾਂ ਸੱਚੀ ਤਾਂ ਨਹੀਂ ਹਰ ਗੱਲ ਦੇ ਉੱਪਰ ਅਸੰਤੁਸ਼ਟ ਜਿਹੇ ਹੋਈ ਜਾਂਦੇ, ਹੈ ਨਾ। ਵੀ ਕਈ ਵਾਰੀ ਗੱਲ ਵੀ ਕੋਈ ਹੁੰਦੀ ਨਹੀਂ, ਆਪੋ ਹੀ ਕਹਿ ਦਿੰਦੇ ਆ ਮੇਰਾ ਤਾਂ ਜੀ ਨਹੀਂ, ਮੈਨੂੰ ਆਏ ਜਿਹਾ ਲੱਗਿਆ ਜਿਵੇਂ ਕੁਝ ਵੀ ਠੀਕ ਨਹੀਂ ਹੈਗਾ, ਅੱਜ ਕੁਝ ਨਹੀਂ ਚੰਗਾ ਹੋਇਆ, ਹੈ ਨਾ। ਗੁਰਦੀਪ, ਇਹ ਚੀਜ਼ ਇਕੱਲੀ ਆਪਣੇ ਹਾਲਾਤ ਤੇ ਨਹੀਂ ਹੈਗੀ। ਜਿਵੇਂ ਆਪਣੇ ਪਿੰਡਾਂ 'ਚ ਕਹਿੰਦੇ ਹੁੰਦੇ ਆ ਵੀ ਤੁਹਾਡੀ ਜ਼ਰੂਰਤ ਪੂਰੀ ਹੋ ਸਕਦੀ ਹੈ, ਤਮਾ ਨਹੀਂ ਪੂਰੀ ਹੁੰਦੀ, ਹੈ ਨਾ। ਤਮਾ ਹਰੇਕ ਬੰਦੇ ਦੇ ਅੰਦਰ ਆ। ਜਿਹਨੂੰ ਅੱਜ 20,000 ਮਿਲ ਰਿਹਾ ਉਹਨੂੰ ਐ ਕਿ ਮੈਨੂੰ 40 ਮਿਲੇ, ਜਿਹਨੂੰ 40 ਮਿਲ ਰਿਹਾ ਉਹ ਲੱਖ ਤੇ ਆਪਣੀ ਸੂਈ ਰੱਖਦਾ। ਭੈਣੇ, ਜਦੋਂ ਨਾ ਮੰਮੀ ਪਾਪਾ ਹੁਣੀ ਕਮਾਉਂਦੇ ਹੁੰਦੇ ਸੀਗੇ ਤੇ ਜਦੋਂ ਮੈਂ ਸੁਣਨਾ ਵੀ ਫਲਾਣੇ ਦੀ ਸੈਲਰੀ ਇੰਨੀ, ਹੈ ਨਾ, ਜਾਂ ਪਾਪਾ ਦੇ ਨਾਲ ਜਿਹੜੇ ਉਹਨਾਂ ਦੇ ਦੋਸਤ ਸੀਗੇ, ਹੈ ਨਾ, ਜਦੋਂ ਮੰਮੀ ਜੌਬ ਤੇ ਗਏ ਨੇਗੇ ਤਾਂ ਜਦੋਂ ਸੁਣਨਾ ਵੀ ਉਹਨਾਂ ਦੀ ਸੈਲਰੀ ਇੰਨੀ ਆ 50 60 ਹਜ਼ਾਰ ਆ, ਮੈਨੂੰ ਇਹ ਲੱਗਣਾ ਵੀ ਇਹ ਹੋਰ ਕੀ ਮੰਗਦੇ ਹੋਣਗੇ ਰੱਬ ਤੋਂ। ਸਹੀ ਗੱਲ ਹੈ। ਆਪਾਂ ਜਦੋਂ ਗੁਰਦੀਪ ਵੱਡੇ ਘਰਾਂ 'ਚ ਰਹਿੰਦੇ ਲੋਕਾਂ ਨੂੰ ਦੇਖਦੇ ਆ ਜਾਂ ਕਿਸੇ ਨੂੰ, ਆਪਾਂ ਨੂੰ ਇਹ ਲੱਗਦਾ ਹੁੰਦਾ ਵੀ ਯਾਰ ਇਹ ਸਾਰੇ ਪੱਖੋਂ ਸੁਖੀ ਨੇ, ਪਰ ਕੋਈ ਬੰਦਾ ਕੀ ਮੰਗਦੇ ਹੋਣਗੇ ਨਾ ਰੱਬ ਤੋਂ। ਸਹੀ ਗੱਲ ਆ, ਪਰ ਕੋਈ ਬੰਦਾ ਮੈਨੂੰ ਲੱਗਦਾ ਖੁਸ਼ ਨਹੀਂ। ਉਹੀ ਆਪਾਂ ਜਿੱਥੇ ਆਪਾਂ ਰਹਿ ਰਹੇ ਹਾਂ ਨਾ, ਉਸ ਹਾਲਾਤ ਤੋਂ ਕੋਈ ਬੰਦਾ ਖੁਸ਼ ਨਹੀਂ, ਕਿਉਂਕਿ ਜਿੱਥੇ ਉਹ ਰਹਿ ਰਿਹਾ ਉਹਦੇ ਨਾਲ ਜੁੜੀਆਂ ਹੋਈਆਂ ਉਹੋ ਜਿਹੀਆਂ ਸਮੱਸਿਆਵਾਂ ਹੁੰਦੀਆਂ ਨੇ, ਉਹ ਆਪਾਂ ਖੁਦ ਵੀ ਸਹੇੜ ਕੇ ਰੱਖਦੇ ਹਾਂ ਨਾ। ਪਰ ਮੈਨੂੰ ਤਾਂ ਐਂ ਲੱਗਦਾ ਵੀ ਪੈਸੇ ਦੇ ਮਾਮਲੇ 'ਚ ਵੀ ਤੁਹਾਨੂੰ ਕੋਈ ਸੰਤੁਸ਼ਟ ਕਰ ਸਕਦਾ, ਪਰ ਜਿਹੜੀ ਆਪਾਂ ਆਪਣੇ ਆਪ ਨੂੰ ਲੈ ਕੇ ਐਕਸੈਪਟੈਂਸ ਆ ਸਾਡੇ 'ਚ, ਉਹ ਨਹੀਂ ਹੈਗੀ। ਜਿਵੇਂ ਹੁਣ ਆਪਾਂ ਨੂੰ, ਮੈਨੂੰ ਲੱਗਦਾ ਜਦੋਂ ਵੀ ਕੋਈ ਮਿਲਦਾ ਉਹ ਕੋਈ ਨਹੀਂ ਕਹਿੰਦਾ ਹੋਣਾ ਵੀ ਤੁਸੀਂ ਸੋਹਣੀਆਂ ਨਹੀਂ ਲੱਗਦੀਆਂ, ਜਾਂ ਤੁਸੀਂ ਵਧੀਆ ਨਹੀਂ ਬੋਲਦੀਆਂ, ਜਾਂ ਤੁਸੀਂ ਵਧੀਆ ਨਹੀਂ ਪਾਉਂਦੀਆਂ ਨਾ। ਆਪਾਂ ਫਿਰ ਵੀ ਕਿੰਨਾ ਡਿਸਕਸ ਕਰਦੇ ਹਾਂ ਇਸ ਚੀਜ਼ ਨੂੰ ਵੀ ਇਹ ਜੇ ਮੈਂ 1 ਇੰਚ ਹੋਰ, ਮੇਰਾ ਮਤਲਬ ਥੋੜਾ ਬਾਡੀ ਸ਼ਰਿੰਕ ਹੋ ਜਾਏ ਨਾ, ਜਾਂ ਮੇਰਾ 10 ਕਿਲੋ ਹੋਰ ਭਾਰ ਘਟ ਜਾਵੇ। ਜਿਵੇਂ ਮੇਰੇ ਵਾਲ ਕਿੰਨੇ ਚਿੱਟੇ ਨੇ, ਮੈਨੂੰ ਤਾਂ ਚਲੋ ਕਮੈਂਟ ਵੀ ਆਉਣ ਲੱਗ ਗਏ ਸੀਗੇ ਵੀ ਵਾਲ ਕਾਲੇ ਕਰੋ। ਮੈਨੂੰ ਇਹ ਵੀ ਬੰਦੇ ਨੂੰ ਕਿਤੇ ਨਾ ਕਿਤੇ ਦੁਖਦਾ ਵੀ ਯਾਰ ਕਿਉਂ ਆ ਗਏ ਇਹ, ਹੈ ਨਾ। ਤੇ ਜਦੋਂ 4 ਝੁਰੜੀਆਂ ਪੈਂਦੀਆਂ ਨੇ, ਕਿਉਂ ਪੈਂਦੀਆਂ ਨੇ, ਰੰਗ ਕਿਉਂ ਕਾਲਾ ਹੋ ਰਿਹਾ। ਜੇ ਕੋਈ ਮੋਟਾ, ਉਹਨੂੰ ਐ ਕਿ ਮੈਂ ਪਤਲਾ ਹੋ ਜਾ, ਨਾ। ਕਈ ਪਤਲੇ ਨੇ, ਜਿਵੇਂ ਮਨਜੀਤ ਭਾਜੀ ਕਹਿੰਦੇ ਹੁੰਦੇ ਮੇਰੇ ਹਿੱਸੇ ਦੀ ਚਰਬੀ ਪਤਾ ਨਹੀਂ ਰੱਬ ਕਿੱਥੇ ਲੈ ਗਿਆ, ਹੈ ਨਾ। ਗੱਲ ਇਹ ਆ ਵੀ ਆਪਾਂ ਨੂੰ ਹਾਲਾਂਕਿ ਭਾਜੀ ਨੂੰ ਦੇਖ ਕੇ ਕਦੇ ਨਹੀਂ ਲੱਗਿਆ ਵੀ ਇਹ ਬੰਦਾ ਸੋਹਣਾ ਨਹੀਂ ਲੱਗਦਾ। ਆਪਾਂ ਕਹਿੰਦੇ ਹੁੰਦੇ ਹਮੇਸ਼ਾ ਵੀ ਭਾਜੀ ਬਹੁਤ ਵਧੀਆ। ਲੋਕੀ ਤਾਂ ਇੰਨੇ ਪੈਸੇ ਦੇ ਕੇ ਜਿਮ ਜਾਂਦੇ ਨੇ ਜਾਂ ਡਾਈਟ ਕਰਦੇ ਨੇਗੇ ਵੀ ਸਰੀਰ ਪਤਲਾ ਹੋਵੇ, ਤੇ ਤੁਸੀਂ ਤਾਂ ਕੁਦਰਤੀ ਹੋਏ ਇੰਨੇ ਵਧੀਆ ਹੋ। ਤੇ ਗੱਲ ਉੱਥੇ ਹੀ ਆਉਂਦੀ ਆ ਵੀ ਜੋ ਕੁਦਰਤ ਨੇ ਦਿੱਤਾ ਨਾ, ਅਸੀਂ ਉਹਦੇ 'ਚ ਖੁਸ਼ ਨਹੀਂ ਹੈਗੇ। ਹੁਣ ਕਿੰਨੇ ਤਰ੍ਹਾਂ ਦੇ ਤੁਸੀਂ ਦੇਖਦੇ ਰਹਿੰਦੇ ਹੋ ਖਬਰਾਂ ਕਿ ਲੋਕ ਨਾ ਇੰਨੇ ਤਰ੍ਹਾਂ ਦੇ ਇੰਜੈਕਸ਼ਨ ਲੈਂਦੇ ਨੇ ਸੋਹਣੇ ਬਣਨ ਲਈ, ਲੋਕੀ ਇੰਨੇ ਤਰ੍ਹਾਂ ਦੀਆਂ ਸਰਜਰੀਆਂ ਕਰਾਉਂਦੇ ਨੇ, ਬਲਕਿ ਉਹ ਹੋਰ ਵੀ ਕਰੂਪ ਹੋ ਜਾਂਦੇ ਨੇ, ਹੈ ਨਾ। ਇੱਕ ਦਿਨ ਮੈਂ ਇੱਦਾਂ ਹੀ ਇੱਕ ਕੁੜੀ ਇਸ ਫੀਲਡ 'ਚ ਹੀ ਆ, ਤੇ ਮੈਂ ਉਹਨੂੰ ਪੁੱਛਣ ਲੱਗ ਗਈ ਕਿ ਆ ਜਿਹੜੇ ਲੋਕ ਰਿੰਕਲ ਫ੍ਰੀ ਫੇਸ ਹੋ ਜਾਂਦਾ ਜਿਨ੍ਹਾਂ ਦਾ, ਵੀ ਉਹਦੇ ਲਈ ਜਿਹੜੇ ਇੰਜੈਕਸ਼ਨ ਲੈਂਦੇ ਆ, ਉਹ ਕਹਿੰਦੀ ਭੈਣੇ ਵੀ ਇਹ ਬਿਲਕੁਲ ਨਸ਼ੇ ਵਾਲਾ ਹਿਸਾਬ ਆ। ਨਾਲੇ ਉਸ ਪ੍ਰੋਫੈਸ਼ਨ 'ਚ ਆ, ਉਹ ਕਹਿੰਦੇ ਵੀ 6 ਮਹੀਨੇ ਤੁਸੀਂ ਇਸ ਚੀਜ਼ ਨੂੰ ਲਓਗੇ, ਤੁਹਾਡੀ ਸਕਿਨ ਬਹੁਤ ਸੋਹਣੀ ਹੋ ਜਾਊ, ਪਰ 6 ਮਹੀਨੇ ਬਾਅਦ ਉਹਦਾ ਤੁਹਾਨੂੰ ਡਬਲ ਨੁਕਸਾਨ ਹੁੰਦਾ, ਔਰ ਤੁਹਾਨੂੰ ਹਰ 6 ਮਹੀਨੇ ਬਾਅਦ ਉਹ ਇੰਜੈਕਸ਼ਨ ਆ ਜਿਹੜਾ ਲੈਣਾ ਪਊ ਨਾ। ਕਿੱਡੀ ਸਿਰਦਰਦੀ ਹੈ, ਕਿੱਡੀ ਸਿਰਦਰਦੀ ਆ। ਤੇ ਮੈਨੂੰ ਬਿਲਕੁਲ ਐਂ ਹੀ ਲੱਗਦਾ ਹੁੰਦਾ ਵੀ ਕੋਈ ਵੀ ਚੀਜ਼ ਆ ਜਿਹੜੀ ਤੁਹਾਨੂੰ ਇੱਕ ਵਾਰ ਕੁਦਰਤ ਨੇ ਦਿੱਤੀ, ਮੈਨੂੰ ਲੱਗਦਾ ਉਹ 'ਚ ਸੈਟਿਸਫਾਈ ਆਪਾਂ ਨਹੀਂ ਰਹਿੰਦੇ, ਪਰ ਰਹਿਣਾ ਚਾਹੀਦਾ। ਕਿੰਨੀ ਜ਼ਿੰਦਗੀ ਆ ਜਿਹੜੀ ਸੌਖੀ। ਅੱਜ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਬੱਸ 'ਚ ਇੱਕ ਕੁੜੀ ਮਿਲਦੀ ਹੁੰਦੀ, ਉਹ ਮੈਨੂੰ ਕਹਿੰਦੀ ਮੇਰੇ ਮੰਮੀ ਕਹਿੰਦੇ ਵੀ ਤੂੰ ਮੇਕਅਪ ਕਰਕੇ ਜਾਇਆ ਕਰ, ਤੂੰ ਥੋੜ੍ਹੇ ਜਿਹੇ ਵਧੀਆ ਸੂਟ ਪਾਇਆ ਕਰ, ਤੂੰ ਗੌਰਮੈਂਟ ਜੋਬ 'ਚ। ਉਹ ਕਹਿੰਦੀ ਮੈਂ ਕਿਹਾ ਮੈਂ ਐਵੇਂ ਕੰਫਰਟੇਬਲ ਹਾਂ ਆਪਣੇ ਆਪ ਨੂੰ, ਹੈ ਨਾ, ਮਹਿਸੂਸ ਕਰਦੀ ਹਾਂ, ਅਤੇ ਮੈਂ ਕਿਉਂ ਦੂਜਿਆਂ ਨੂੰ ਦਿਖਾਉਣ ਲਈ ਗਰਮੀ 'ਚ ਮਤਲਬ ਸੂਤੀ ਸੂਟ ਛੱਡ ਕੇ ਮੈਂ ਸਿਲਕ ਦੇ ਪਾਈ ਫਿਰਾਂ, ਹੈ ਨਾ। ਅਤੇ ਮੇਕਅਪ ਕਹਿੰਦੀ ਮੇਰੇ ਮੁੜਕੇ ਨਾਲ ਤਾਂ ਸਾਰਾ ਹੁਣ ਇੰਨਾ ਬੁਰਾ ਹਾਲ ਆ, ਉਹ ਚੋਂਦਾ ਫਿਰੇ। ਗੱਲ ਇਹ ਹੈ ਕਿ ਅਸੀਂ ਬਹੁਤੀਆਂ ਚੀਜ਼ਾਂ ਸੱਚੀ, ਆਪਾਂ ਜਿਵੇਂ ਪਿਛਲੇ ਐਪੀਸੋਡ 'ਚ ਕਿਹਾ ਸੀਗਾ ਕਿ ਦੂਜਿਆਂ ਨੂੰ ਬਸ ਸੋਹਣੇ ਦਿਖਣ ਲਈ ਤੇ ਦੂਜਿਆਂ ਨੂੰ ਵਧੀਆ ਦਿਖਣ ਲਈ ਕਰਦੇ ਆ। ਜਿਵੇਂ ਹੁਣ ਜੇ ਲੱਖ ਰੁਪਏ ਤਨਖਾਹ ਵਾਲਾ ਬੰਦਾ, ਆਪਾਂ ਕਹਿੰਦੇ ਵੀ ਇੱਥੇ ਸੰਤੁਸ਼ਟ ਆ, ਉਹ ਕਿਉਂ ਐਡਾ ਪੰਗਾ ਲੈਂਦਾ? ਕਿਉਂਕਿ ਉਹਦੇ ਰਿਸ਼ਤੇਦਾਰ ਨਹੀਂ ਉਹਨੂੰ ਟਿਕਣ ਦਿੰਦੇ। ਮੇਰੇ ਬੱਚੇ ਨਾ ਇੱਕ ਠੀਕ ਠਾਕ ਸਕੂਲ 'ਚ ਪੜ੍ਹਦੇ ਨੇ, ਜਿਵੇਂ ਪਟਿਆਲੇ 'ਚ ਉਹ ਸਕੂਲ ਦਾ ਨਾਂ ਹੈ। ਫਿਰ ਵੀ ਸਾਨੂੰ ਇੱਕ ਦਿਨ ਸਾਡੇ ਇੱਕ ਰਿਸ਼ਤੇਦਾਰਾਂ ਨੇ ਕਿਹਾ ਵੀ ਤੁਸੀਂ ਦੋਵੇਂ ਜੀ ਇੰਨੇ ਸਮਝਦਾਰ ਲੱਗਦੇ ਹੋ, ਤੁਸੀਂ ਪਟਿਆਲੇ 'ਚ ਐਡੇ ਐਡੇ ਸਕੂਲ ਨੇ, ਉਹਨਾਂ 'ਚ ਕਿਉਂ ਨਹੀਂ ਨਿਆਣੇ ਪਾਏ? ਹਾਂ, ਜਿਵੇਂ ਆਪਣਾ ਜਿਹੜਾ ਪਿਛਲਾ ਐਪੀਸੋਡ ਸੀ ਨਾ, ਜਿਹ 'ਚ ਆਪਾਂ ਗੱਲ ਕਰਦੇ ਸੀ ਵੀ ਆਪਾਂ ਆਪਣੀ ਜ਼ਰੂਰਤ ਤੋਂ ਜ਼ਿਆਦਾ ਵੱਡਾ ਘਰ ਬਣਾ ਲੈਂਦੇ। ਆਪਣੇ ਇੱਕ ਵਿਊਅਰ ਨੇ,
ਉਹਨਾਂ ਨੇ ਕਿਹਾ ਵੀ ਅਸੀਂ ਨਾ ਇੱਕ ਛੋਟੇ ਜਿਹੇ ਸ਼ਹਿਰ 'ਚ ਰਹਿੰਦੇ ਆ ਤੇ ਸਾਡਾ ਬਹੁਤ ਹੀ ਛੋਟਾ ਜਿਹਾ ਘਰ ਆ, ਕਹਿੰਦੇ ਅਸੀਂ ਬਿਲਕੁਲ ਖੁਸ਼ ਆ, ਪਰ ਸਾਡੇ ਰਿਸ਼ਤੇਦਾਰ ਨਹੀਂ ਸਾਨੂੰ ਟਿਕਣ ਦਿੰਦੇ। ਉਹ ਕਹਿੰਦੇ ਲੈ ਇਹਨਾਂ ਦੇ ਕੀ ਜਾਈਏ, ਇਹਨਾਂ ਦਾ ਤਾਂ ਘਰ ਹੀ ਬਹੁਤ ਛੋਟਾ ਵਾ, ਹੈ ਨਾ। ਇਹ ਵੀ ਹੁੰਦਾ ਕਿ ਤੁਹਾਨੂੰ ਆਲੇ ਦੁਆਲੇ ਉਹੀ ਹੈ ਨਾ ਵੀ ਸਾਡੀ ਮਾਨਸਿਕਤਾ ਇੰਨੀ ਜ਼ਿਆਦਾ ਸਟਰੋਂਗ ਮਜ਼ਬੂਤ ਹੋਣੀ ਚਾਹੀਦੀ ਹੈ ਵੀ ਕਿਸੇ ਦੀ ਗੱਲ ਦਾ, ਨੈਗੇਟਿਵ ਗੱਲ ਦਾ, ਹੈ ਨਾ, ਸਾਡੇ ਤੇ ਕੋਈ ਅਸਰ ਨਾ ਹੋਵੇ ਜਿਹਦੇ ਨਾਲ ਅਸੀਂ ਬਾਅਦ ਚੋਂ ਤੰਗ ਹੋਈਏ। ਤੇ ਦੂਜੀ ਗੱਲ ਹੈ ਨਾ ਵੀ ਜਿਵੇਂ ਜਿਹੜੀ ਮੰਡੀ ਆ ਉਹ ਵੀ ਤੁਹਾਨੂੰ ਇਹ ਵੀ ਚੀਜ਼ਾਂ ਲੱਗਣ ਲਾ ਦਿੰਦੇ ਆ ਵੀ ਤੁਸੀਂ ਸੈਟੀਸਫਾਈਡ ਨਹੀਂ ਹੋਣਾ ਕਿਸੇ ਵੀ ਚੀਜ਼ ਤੋਂ। ਜਿਵੇਂ ਹੁਣ ਤੁਸੀਂ ਸੋਹਣੇ ਹੋਣ ਦੀ ਗੱਲ ਕੀਤੀ ਸੀਗੀ, ਹੈ ਨਾ, ਤਾਂ ਹੁਣ ਤਾਂ ਕਹਿੰਦੇ ਇੱਕ ਪਾਣੀ ਵੀ ਇਦਾਂ ਦਾ ਆਇਆ, ਉਹਨੂੰ ਬਿਊਟੀ ਵਾਟਰ ਪਤਾ ਨਹੀਂ ਕੀ ਕਹਿੰਦੇ ਨੇਗੇ, ਵੀ ਉਹਦੇ ਨਾਲ ਤੁਸੀਂ ਨਾ ਉਹਦੇ ਨਾਲ ਜੇ ਤੁਸੀਂ ਨਹਾਉਂਦੇ ਹੋ ਤੁਸੀਂ ਸੋਹਣੇ ਹੋ ਜਾਂਦੇ ਹੋ। ਤੇ ਉਹਦਾ ਬਾਅਦ ਚੋਂ ਆਪਾਂ ਖਰਚਾ ਪਤਾ ਕੀਤਾ ਤਾਂ ਲੱਖਾਂ 'ਚ ਖਰਚਾ ਉਹਦਾ, ਹੈ ਨਾ। ਸੋ ਉਹ ਵੀ ਸਾਨੂੰ ਕਿਸੇ ਨਾ ਕਿਸੇ ਦਿਨ ਜ਼ਰੂਰੀ ਲੱਗਣ ਲੱਗ ਜਾਣਾ ਵੀ ਸਾਡੇ ਘਰ 'ਚ ਹੋਣਾ ਚਾਹੀਦਾ ਉਹ, ਹੈ ਨਾ। ਗੁਰਦੀਪ, ਹਰੇਕ ਚੀਜ਼ ਨਾ ਜ਼ਿਆਦਾਤਰ ਚਲੋ ਮਸ਼ਹੂਰੀਆਂ ਵੀ ਮੈਂ ਕਹਿੰਦੀ ਹਾਂ ਵੀ ਆਪਾਂ ਕਹਿੰਦੇ ਹੁੰਦੇ ਨਾ ਵੀ ਜਦੋਂ ਕੋਈ 30-35 ਸਾਲ ਦਾ ਬੰਦਾ ਕੋਈ ਨਸ਼ਾ ਕਰਦਾ ਆਪਾਂ ਕਹਿੰਦੇ ਵੀ ਇਹ ਨਿਆਣਾ ਹੈ, ਇਹਦੇ ਕਿਹੜਾ ਕਿਸੇ ਨੇ ਜ਼ਬਰਦਸਤੀ ਮੂੰਹ 'ਚ ਪਾਤਾ, ਹੈ ਨਾ। ਦੇਖਣ ਨੂੰ ਆਲੇ ਦੁਆਲੇ ਤੁਹਾਨੂੰ ਸਾਰੀਆਂ ਚੀਜ਼ਾਂ ਮਿਲਦੀਆਂ ਨੇ, ਪਰ ਅਸੀਂ ਉਹਨਾਂ 'ਚੋਂ ਚੁਣਦੇ ਉਹੀ ਹਾਂ ਜਿਹਦੀ ਸੱਚੀ ਸਾਨੂੰ ਤਮਾ ਹੁੰਦੀ ਆ, ਹੈ ਨਾ। ਜਿਵੇਂ ਹੁਣ ਸੁਰਿੰਦਰ ਨੇ ਇੱਕ ਮੈਂ ਸੁਨੇਹੇ 'ਚ ਲਿਖਿਆ ਸੀਗਾ ਕਿ ਭੈਣੇ ਜੋ ਮੋਟਾ ਉਹ ਪਤਲਾ ਹੋਣਾ ਚਾਹੁੰਦਾ, ਜੋ ਪਤਲਾ ਉਹ ਮੋਟਾ ਹੋਣਾ ਚਾਹੁੰਦਾ, ਹੈ ਨਾ। ਐਵੇਂ ਹੀ ਆ, ਹੁਣ ਆਪਾਂ ਕੁਦਰਤ ਨੇ ਜੋ ਦਿੱਤਾ, ਮੰਨ ਲਓ ਮੇਰੇ ਵਾਲ ਹਲਕੇ ਨੇ, 4 ਵਾਲ ਘੱਟ ਨੇ, ਕਿਸੇ ਦੇ ਸੰਘਣੇ ਨੇ ਨਾ, ਮੈਂ ਪੂਰਾ ਜ਼ੋਰ ਲਾ ਲੂੰ, ਮੇਰਾ ਸਾਰਾ ਧਿਆਨ ਛਡਾ ਕੇ ਮੈਂ ਉਹਨਾਂ ਤੇ ਲਿਆਉਂ ਵੀ ਯਾਰ ਇਹ ਲੰਮੇ ਹੋਣੇ ਚਾਹੀਦੇ ਨੇ ਕਿਸੇ ਤਰੀਕੇ ਨਾਲ ਨਾ। ਹੋ ਸਕਦਾ ਕਿੰਨੀਆਂ ਚੀਜ਼ਾਂ ਬਿਹਤਰ ਹੋਣ, ਔਰ ਮੈਂ ਉਹਨਾਂ ਉਸ ਸਟ੍ਰੈਸ 'ਚ ਕਿੰਨੀਆਂ ਵਧੀਆ ਚੀਜ਼ਾਂ ਨੂੰ ਗਵਾ ਰਹੀ ਹੋਵਾਂ ਨਾ। ਜਿਹੜਾ ਮੇਰੇ ਵਰਗਾ 10 ਕਿਲੋ ਭਾਰ ਵਧਾਈ ਫਿਰਦਾ, ਉਹ ਜ਼ਿੰਦਗੀ 'ਚ ਕਿੰਨੇ ਇਹੋ ਜਿਹੇ ਪਲ ਆਉਂਦੇ ਨੇ, ਕਿਸੇ ਦੇ ਵਿਆਹ ਤੇ ਜਾ ਕੇ ਚੱਜ ਨਾਲ ਖਾਂਦਾ ਨਹੀਂ, ਹੈ ਨਾ। ਘਰੇ ਕੋਈ ਮਠਿਆਈ ਆ ਜੇ ਉਹਨੂੰ ਧੱਕੀ ਜਾਓ ਵੀ ਨਹੀਂ ਮੈਂ ਨਹੀਂ ਖਾਣੀ। ਤੇ ਉਸੇ ਸਟ੍ਰੈਸ 'ਚ ਅਸੀਂ ਕਿੰਨੇ ਪਲ ਨੇ ਜਿਹੜੇ ਆਪਣੇ ਖਰਾਬ ਕਰਦੇ ਹਾਂ ਨਾ। ਜਿਵੇਂ ਨਹੀਂ, ਇਹ ਮੇਰੇ ਨਾਲ ਹੋਇਆ ਜਦੋਂ ਮੇਰਾ ਵਿਆਹ ਸੀਗਾ ਤੇ ਉਦੋਂ ਮਤਲਬ ਚਲੋ ਆਪਾਂ ਕੁਆਰੇ ਤਾਂ ਹੁੰਦੀ ਸਾਰੇ ਬਹੁਤ ਪਤਲੇ ਹੁੰਦੇ, ਮੈਂ ਵੀ ਬੜੀ ਪਤਲੀ ਸੀ ਵੀ ਜਿਵੇਂ ਉਹ ਆ ਨਾ ਵੀ ਤੁਹਾਨੂੰ ਵੀ ਜਿਹੋ ਜਿਹੇ ਲੋਕਾਂ ਦੀ ਤੁਸੀਂ ਸੰਗਤ ਕਰਦੇ ਹੋ ਜਾਂ ਹੌਲੀ ਹੌਲੀ ਟਾਈਮ ਪੈਣ ਦੇ ਨਾਲ, ਹੈ ਨਾ, ਵੀ ਤੁਹਾਡੀ ਸੋਚ ਵੀ ਬਦਲਦੀ ਆ। ਤਾਂ ਵੀ ਉਦੋਂ ਮੈਨੂੰ ਲੱਗਦਾ ਹੁੰਦਾ ਸੀ ਵੀ ਮੈਂ ਆਮ ਲੋਕਾਂ ਨਾਲੋਂ ਜਾਂ ਆਪਣੇ ਭੈਣ ਭਰਾ ਦੇ ਨਾਲੋਂ ਜ਼ਿਆਦਾ ਜਾਗਰੂਕ ਆ ਨਾ, ਪਰ ਫਿਰ ਵੀ ਮੈਨੂੰ ਮੇਰੇ ਵਿਆਹ ਵਾਲੇ ਦਿਨ ਆਏ ਸੀਗਾ ਵੀ ਮੈਂ ਰੋਟੀ ਨਹੀਂ ਖਾਣੀ ਵੀ ਜੇ ਮੈਂ ਰੋਟੀ ਖਾ ਲਈ ਮੇਰੇ ਸੂਟ ਟਾਈਟ ਹੋ ਜਾਊਗਾ, ਹੈ ਨਾ। ਸੋ ਤੇ ਮੈਂ ਅਨਾਰ ਦੇ ਦਾਣੇ ਖਾਈ ਗਈ ਹਾਂ ਬੈਠੀ। ਇਹ ਸਹੀ ਗੱਲ ਆ ਵੀ ਉਸ ਟਾਈਮ ਬੰਦਾ ਇਹੀ ਦੇਖਦਾ ਰਹਿੰਦਾ ਵੀ ਮੈਂ ਮਤਲਬ ਠੀਕ ਲੱਗਣਾ ਚਾਹੀਦਾ ਸਾਰਿਆਂ ਨੂੰ ਨਾ, ਭਾਵੇਂ ਮੈਂ ਸਾਰੀ ਦਿਨ ਭੁੱਖੀ ਮਰ ਜਾਣਾ, ਉਹ ਮੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਦਿਮਾਗ 'ਚ ਇਹੀ ਹੁੰਦਾ ਵੀ ਮੈਂ ਸਾਰਿਆਂ ਨੂੰ ਸੋਹਣਾ ਤੇ ਸਾਰਿਆਂ ਨੂੰ ਠੀਕ ਤੇ ਫਿੱਟ ਲੱਗਣਾ ਚਾਹੀਦਾ। ਦੇਖੋ ਤੁਸੀਂ ਬਹੁਤ ਸੋਹਣੇ ਹੋਵੋਗੇ ਕਿ ਦੁਨੀਆ ਤੇ ਤੁਸੀਂ ਇਕੱਲੇ ਹੀ ਸੋਹਣੇ ਹੋਵੋਗੇ, ਉਸ ਤੋਂ ਵੀ ਸੋਹਣੀ ਦੁਨੀਆ ਪਈ ਆ ਦੁਨੀਆ ਤੇ, ਹੈ ਨਾ। ਹੁਣ ਤੁਸੀਂ ਦੇਖੋ ਵੀ ਰੰਗ 2 ਨੇ, ਗੋਰਾ ਤੇ ਕਾਲਾ। ਤੁਹਾਨੂੰ ਕੁਦਰਤ ਨੇ ਇੱਕ ਦੇ ਕੇ ਦੁਨੀਆ ਤੇ ਭੇਜਣਾ, ਕਈਆਂ ਨੂੰ ਮੀਡੀਅਮ ਦੇ ਦਿੰਦਾ, ਨਾ ਗੋਰਾ ਨਾ ਕਾਲਾ। ਕਈ ਜਗ੍ਹਾ ਤੇ ਤੁਸੀਂ ਕਹਿ ਸਕਦੇ ਹੋ ਵੀ ਕਾਲਾ ਰੰਗ ਸੋਹਣਾ ਨਹੀਂ ਹੈਗਾ, ਕਈ ਜਗ੍ਹਾ ਤੇ ਰੰਗ ਹੀ ਕਾਲਾ ਸੋਹਣਾ ਮੰਨਿਆ ਜਾਂਦਾ, ਹੈ ਨਾ। ਮਤਲਬ ਹਰ ਖਿੱਤੇ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਅਲੱਗ ਨੇ। ਆਪਣੇ ਤੁਸੀਂ ਕਾਲਾ ਸੂਟ ਪਾ ਲਓ ਵਿਆਹ ਤੋਂ ਬਾਅਦ ਤਾਂ ਆਪਣੇ ਬਜ਼ੁਰਗ ਟੋਕਣ ਲੱਗ ਜਾਂਦੇ ਆ ਵੀ ਤੂੰ ਕਾਲਾ ਕਿਉਂ ਪਾਇਆ, ਤੂੰ ਚਿੱਟਾ ਕਿਉਂ ਪਾਇਆ। ਹੁਣ ਕਈ ਕੰਟਰੀ 'ਚ ਕਾਲਾ ਤੇ ਚਿੱਟਾ ਹੀ ਪਾਇਆ ਜਾਂਦਾ, ਤੇ ਇਸ ਲਈ ਸੰਤੁਸ਼ਟ ਤਾਂ ਤੁਹਾਡਾ ਆਪਣਾ ਮਨ ਨਹੀਂ ਹੈਗਾ। ਲੋਕ ਤੁਸੀਂ ਐਵੇਂ ਕਹਿੰਦੇ ਰਹਿੰਦੇ ਹੋ ਵੀ ਯਾਰ ਲੋਕ ਕੀ ਕਹਿਣਗੇ, ਲੋਕ ਕੀ ਕਹਿਣਗੇ। ਲੋਕਾਂ ਕੋਲ ਇੰਨੀ ਵੇਲ ਹੈਗੀ ਆ ਕਿ ਲੋਕ ਕੀ ਕਹਿਣਗੇ, ਹੈ ਨਾ। ਹੁਣ ਬੱਸਾਂ 'ਚ ਆਪਾਂ ਮਿਲਦੇ ਆ, ਮੈਂ ਆਪਣੇ ਘਰੋਂ ਤਿਆਰ ਹੋ ਕੇ ਆਉਂਦੀ ਹਾਂ, ਮੈਨੂੰ ਆਉਂਦਾ ਵੀ ਯਾਰ ਵਧੀਆ ਕੱਪੜਾ ਲੀੜਾ ਪਾਇਆ ਹੋਵੇ। ਬੱਸ 'ਚ ਕੌਣ ਕਿਸੇ ਨੂੰ ਦੇਖ ਰਿਹਾ, ਕੋਈ ਨਹੀਂ ਦੇਖ ਰਿਹਾ ਹੁੰਦਾ, ਮੈਂ ਅੱਜ ਤੱਕ ਦੇਖਿਆ। ਆਪਾਂ ਨੂੰ ਆਪ ਨੂੰ ਹੀ ਹੁੰਦਾ ਥੋੜਾ, ਸਿਰਫ ਆਪਾਂ ਨੂੰ ਤਮਾ ਹੁੰਦੀ ਹੈ ਕਿ ਮੈਂ ਸੋਹਣਾ ਬਣ ਕੇ ਜਾਵਾਂ, ਹੈ ਨਾ। ਜਿਹੜੀਆਂ ਕੋਈ 4 ਚੀਜ਼ਾਂ ਜਿਵੇਂ ਆਪਾਂ ਹੈਸੀਅਤ ਤੋਂ ਵੱਧ ਕੇ ਖਰੀਦਦੇ ਹਾਂ, ਉਹ ਵੀ ਸਾਡੀ ਹੋਈ ਤਮਾ ਹੁੰਦੀ ਆ ਵੀ ਮੇਰੇ ਕੋਲ ਹੋਣੀਆਂ ਚਾਹੀਦੀਆਂ ਨੇ। ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਫਜ਼ੂਲ ਦੀਆਂ ਉਹ ਆਪਣੇ ਨਾਲ ਕਰਦੇ ਹਾਂ, ਜਿਹੜੀਆਂ ਲੋੜ ਨਹੀਂ। ਜਿਵੇਂ ਮੈਂ ਸੋਚੂੰਗੀ ਗੁਰਦੀਪ ਨੇ ਕਰ ਲਈ ਤਾਂ ਮੈਨੂੰ ਜ਼ਰੂਰ ਕਰਨੀ ਚਾਹੀਦੀ। ਤੁਸੀਂ ਹੈਰਾਨ ਹੋਵੋਗੇ, ਇੱਕ ਕੁੜੀ ਬੈਂਕ 'ਚ ਜੋਬ ਕਰਦੀ ਹੈ, ਗਵਰਨਮੈਂਟ ਜੋਬ ਉਹਦੀ, ਤੇ ਉਹ ਮੈਨੂੰ ਇੱਕ ਦਿਨ ਕਹਿੰਦੀ ਭੈਣੇ ਮੈਂ ਇਹ ਸੋਚਦੀ ਹਾਂ ਕਿ ਬੈਂਕ 'ਚ ਨਾ ਜ਼ਿਆਦਾ ਔਰਤਾਂ ਨਹੀਂ ਹੋਣੀਆਂ ਚਾਹੀਦੀਆਂ। ਤੇ ਮੈਂ ਕਿਹਾ ਵੀ ਕਿਉਂ ਨਹੀਂ ਹੋਣੀਆਂ ਚਾਹੀਦੀਆਂ? ਕਹਿੰਦੀ ਵੀ ਜੇ ਤੁਹਾਡੇ ਨਾਲ ਜ਼ਿਆਦਾ ਮੇਲ ਕੰਮ ਕਰਦੇ ਆ ਨਾ, ਉੱਥੇ ਕੰਪੀਟੀਸ਼ਨ ਨਹੀਂ ਹੁੰਦਾ। ਕਹਿੰਦੀ ਔਰਤਾਂ 'ਚ ਤਾਂ ਇੰਨਾ ਕੰਪੀਟੀਸ਼ਨ ਆ ਵੀ ਜੇ ਅੱਜ ਕਿਸੇ ਨੇ ਡਾਇਮੰਡ ਈਅਰਿੰਗਸ ਲੈ ਲਏ ਤਾਂ ਦੂਜੀ ਨੇ ਜਿੰਨਾ ਚਿਰ ਨਹੀਂ ਲਏ, ਮਤਲਬ ਉਹ ਅੰਦਰੋਂ ਹੀ ਬੇਇੱਜ਼ਤੀ ਮਹਿਸੂਸ ਕਰਦੀ ਰਹੂਗੀ। ਭੈਣੇ ਇਹ ਸਹੀ ਗੱਲ ਆ। ਚਲੋ ਆਪਾਂ ਇੱਕ ਦੂਜੇ ਦੇ ਨਾਲ ਰਹਿੰਦੇ, ਮੈਨੂੰ ਤਾਂ ਇਹ ਵੀ ਬਹੁਤ ਵੱਡੀ ਕਿਸਮਤ ਵਾਲੀ ਗੱਲ ਲੱਗਦੀ ਹੁੰਦੀ, ਕਿਉਂਕਿ ਆਪਣੀ ਪੂਰੀ ਟੀਮ 'ਚੋਂ ਹੀ ਕੋਈ ਦਿਖਾਵੇ ਵਾਲਾ ਬੰਦਾ ਨਹੀਂ ਹੈਗਾ, ਹੈ ਨਾ। ਤੇ ਇੱਕ ਨਾ ਪ੍ਰੋਫੈਸਰ ਨੇਗੇ, ਉਹ ਮਤਲਬ ਪੰਜਾਬੀ ਦੇ ਪ੍ਰੋਫੈਸਰ ਸੀਗੇ, ਉਹ ਕਹਿੰਦੇ ਵੀ ਸਾਡੇ ਕਾਲਜ 'ਚ ਤਾਂ ਰਿਵਾਜ ਹੀ ਸੀਗਾ ਵੀ ਤੁਹਾਡੇ ਹਰ 6 ਮਹੀਨਿਆਂ ਬਾਅਦ ਕੋਈ ਨਵਾਂ ਗਹਿਣਾ ਪਾਇਆ ਹੋਣਾ ਚਾਹੀਦਾ ਵਾ। ਤੇ ਜਿਹੜਾ ਮਤਲਬ ਨਹੀਂ ਵੀ ਪਾ ਕੇ ਆਉਂਦਾ ਸੀਗਾ, ਜਿਹਨੂੰ ਹੁਣ ਮੇਰੇ ਵਰਗੇ ਨੂੰ ਸ਼ੌਂਕ ਹੀ ਨਹੀਂ, ਮੈਨੂੰ ਗਹਿਣਿਆਂ ਦਾ ਸ਼ੌਂਕ ਹੀ ਹੈ ਨੀਗਾ, ਹੈ ਨਾ। ਹੁਣ ਜਿਹਦੇ ਨਹੀਂ ਪਾਇਆ ਹੁੰਦਾ ਸੀ ਉਹਦੇ ਬਾਰੇ ਮਤਲਬ ਇਹ ਮੰਨਿਆ ਜਾਣ ਲੱਗ ਗਿਆ ਸੀਗਾ ਵੀ ਇਹ ਖੁਸ਼ ਨਹੀਂ ਆ ਜਾਂ ਇਹ ਘਰੋਂ ਠੀਕ ਨਹੀਂ ਹੈਗੇ, ਹੈ ਨਾ। ਸੋ ਕਹਿੰਦੇ ਵੀ ਮਤਲਬ
ਬੱਚਿਆਂ ਨੂੰ ਪੜ੍ਹਾਉਣ ਦਾ ਪ੍ਰੈਸ਼ਰ ਅਲੱਗ ਸੀਗਾ, ਪਰ ਉੱਥੇ ਆਪਣੇ ਆਪ ਨੂੰ, ਆਪਦੀ ਪਰਸਨੈਲਿਟੀ ਨੂੰ ਮੇਨਟੇਨ ਰੱਖਣ ਦਾ ਪ੍ਰੈਸ਼ਰ ਉਸ ਮਤਲਬ ਜੌਬ ਦੇ ਨਾਲੋਂ ਵੀ ਕਿਤੇ ਵੱਧ ਕੇ ਸੀਗਾ, ਹਨਾ। ਹਾਂ, ਤੇ ਕਿੱਡੀ ਟੈਨਸ਼ਨ ਹੈ, ਚਿੰਤਾ ਕਿੱਡੀ ਵੱਡੀ ਹੈ ਕਿ ਮੈਂ ਖਰੀਦਣਾ ਹੀ ਖਰੀਦਣਾ। ਮੇਰੀ ਕਹਿੰਦੇ ਮੈਂ ਤੁਹਾਨੂੰ ਦੱਸ ਸਕਦੀ ਹਾਂ ਵੀ ਮੈਂ ਆਪਦੀ ਤਨਖਾਹ ਦੇ ਵਿੱਚੋਂ ਜਾਂ ਆਪਦੀ ਸੇਵਿੰਗ ਦੇ ਵਿੱਚੋਂ ਕਿੰਨੇ ਪੈਸੇ ਨੇ ਜਿਹੜੇ ਸਿਰਫ ਨਵਾਂ ਗਹਿਣਾ ਬਣਾਉਣ ਤੇ ਹੀ ਲਾਏ ਨੇਗੇ, ਹਨਾ। ਇਹ ਗੱਲ ਤਾਂ ਉੱਥੇ ਹੀ ਆਉਂਦੀ ਹੈ ਗੁਰਦੀਪ, ਕਿ ਕੋਈ ਤੁਹਾਨੂੰ, ਚਲੋ ਤੁਹਾਡੀ ਬੇਇੱਜ਼ਤੀ ਵੀ ਤੁਸੀਂ ਮਹਿਸੂਸ ਕਰ ਰਹੇ ਹੋ, ਕੋਈ ਜ਼ਬਰਦਸਤੀ ਨਹੀਂ ਤੁਹਾਡੇ ਪਰਸ ਚੋਂ ਪੈਸੇ ਕੱਢ ਕੇ ਕਹਿਣ ਲੱਗਿਆ ਵੀ ਜਾ ਤੂੰ ਇਹ ਚੀਜ਼ ਨੂੰ ਖਰੀਦ ਹੀ। ਜਦੋਂ ਸਾਡਾ ਹੀ ਮਨ ਉਸ ਚੀਜ਼ ਤੇ ਸੰਤੁਸ਼ਟ ਨਹੀਂ ਹੈਗਾ, ਹੁਣ ਮੈਂ ਜਿੱਥੇ ਮਰਜ਼ੀ ਰਹਿੰਦੀ ਹੋਵਾਂਗਾ, ਮੈਨੂੰ ਲੱਗੂਗਾ ਵੀ ਯਾਰ ਜੇ ਸਾਡੇ ਸ਼ਰੀਕੇ ਚੋਂ ਕਿਸੇ ਨੇ ਆਹ ਚੀਜ਼ ਲਈ, ਅਸੀਂ ਲੈ ਲਈਏ ਛੇਤੀ, ਹੈ ਨਾ, ਮੈਂ ਉਹਦੇ ਨਾਲ ਹੀ ਖੁਸ਼ ਹੋਊਂਗੀ। ਜਿਵੇਂ ਆਪਾਂ ਹਾਸੇ ਦੀ ਗੱਲ ਕਰਦੇ ਹਾਂ, ਆਪਣੇ ਇੱਕ ਭਾਜੀ ਉਹ ਜਿਹੜੇ ਕਹਿ ਰਹੇ ਸੀਗੇ ਵੀ ਜਦੋਂ ਮੇਰੀ ਥੋੜ੍ਹੀ ਜਿਹੀ ਸੈਲਰੀ ਇਸ ਤੋਂ ਵੱਧ ਗਈ ਫਿਰ ਮੈਂ ਸੇਵਿੰਗ ਕਰਿਆ ਕਰੂੰ ਨਾ। ਜਦੋਂ ਮਤਲਬ ਚਾਹੇ ਤੁਹਾਡੀ ਜਿੰਨੀ ਮਰਜ਼ੀ ਵੱਧ ਜਾਵੇ, ਕਈ ਚੀਜ਼ਾਂ ਆਪਾਂ ਕਹਿੰਦੇ ਵੀ ਆਦਤ 'ਚ ਤੁਹਾਨੂੰ ਸ਼ਾਮਿਲ ਕਰਨੀਆਂ ਪੈਂਦੀਆਂ ਨੇ ਨਾ। ਮੈਂ ਅੱਜ ਦੀ ਘੜੀ ਸੋਚਦੀ ਹੋਊਂਗੀ ਵੀ ਜਦੋਂ ਅਸੀਂ ਇੰਨਾ ਕੁਝ ਬਣਾ ਲਾਂਗੇ ਮੈਂ ਫਿਰ ਖੁਸ਼ ਹੋਊਂਗੀ। ਹੋ ਸਕਦਾ ਉਦੋਂ ਤੱਕ ਮੇਰੇ ਕੋਲ ਖੁਸ਼ ਰਹਿਣ ਵਾਲਾ ਵਕਤ ਹੀ ਨਾ ਬਚੇ ਨਾ। ਛੋਟੇ ਛੋਟੇ ਬੱਚੇ ਤੁਹਾਨੂੰ ਜ਼ਿਆਦਾ ਵਧੀਆ, ਆਪਣੇ ਨਾਲੋਂ ਜ਼ਿਆਦਾ ਅਕਲਮੰਦ ਨੇ। ਮੇਰੇ ਬੱਚੇ ਕਹਿੰਦੇ ਹੁੰਦੇ ਮੰਮਾ ਹੁਣ ਤੁਸੀਂ ਘੁੰਮਣ ਜਾਇਆ ਕਰੋ, ਕਿਉਂਕਿ ਹੁਣ ਇਸ ਤੋਂ ਬਾਅਦ ਤੁਸੀਂ ਬੁੱਢੇ ਹੋਣਾ ਸ਼ੁਰੂ ਹੋ ਜਾਣਾ, ਤੁਹਾਡੀ ਬਾਡੀ 'ਚ ਉਹਨਾਂ ਦਮ ਨਹੀਂ ਰਹਿਣਾ ਨਾ। ਪਰ ਆਪਾਂ ਕੀ ਸੋਚਦੇ ਹਾਂ, ਯਾਰ ਜਦੋਂ ਸਾਰਾ ਕੁਝ ਸੈੱਟ ਹੋ ਗਿਆ, ਯਾਰ ਜਦੋਂ ਮੇਰੇ ਕੋਲ ਬੈਂਕ 'ਚ ਇੰਨੇ ਪੈਸੇ ਹੋ ਗਏ ਨਾ, ਉਹ ਹੋਣੇ ਨਹੀਂ ਕਦੇ। ਤੇ ਅੱਜ ਦੇ ਦੌਰ 'ਚ ਅਸੀਂ ਸੰਤੁਸ਼ਟ ਨਹੀਂ ਹੈਗੇ। ਅੱਜ ਤੋਂ 10 ਸਾਲ ਪਹਿਲਾਂ ਵੀ ਸਾਡੇ ਹਾਲਾਤ ਇਹੀ ਸੀਗੇ, ਅੱਜ ਤੋਂ 10 ਸਾਲ ਬਾਅਦ ਵੀ ਇਹੀ ਹੋਣਗੇ। ਪਰ ਗੱਲ ਇਹ ਵੀ ਜੋ ਤੁਸੀਂ ਹੋ, ਮੋਟੇ ਹੋ, ਪਤਲੇ ਹੋ, ਕਾਲੇ ਹੋ, ਗੋਰੇ ਹੋ, ਮਤਲਬ ਤੁਸੀਂ ਉਹਦੇ ਲਈ ਸਿਰਫ ਇੱਕ ਮਿਹਨਤ ਕਰ ਸਕਦੇ ਹੋ, ਪਰ ਉਹਦੇ ਲਈ ਇੱਕ ਕੰਪਲੈਕਸ ਨਾ ਮਨ ਚ ਲਿਆਓ ਕਿ ਯਾਰ ਇਹ ਕਿਉਂ ਆ। ਕਈ ਲੋਕੀ ਮੈਂ ਦੇਖਿਆ ਭੈਣੇ ਵੀ, ਕਈ ਲੋਕੀ ਨਾ ਘਰੋਂ ਬਾਹਰ ਨਿਕਲਣਾ ਹੀ ਬੰਦ ਕਰ ਦਿੰਦੇ ਨੇਗੇ ਵੀ, ਮਤਲਬ ਆਪਣੀ ਸਰੀਰਕ ਦਿੱਖ ਕਰਕੇ ਜੇ ਤਾਂ ਉਹ ਥੋੜੇ ਜਿਹੇ ਭਾਰੇ ਹੋ ਜਾਂਦੇ ਨੇ। ਜਿਵੇਂ ਬਹੁਤ ਸਾਰੀਆਂ ਕੁੜੀਆਂ, ਆਪਣੀ ਇੱਕ ਫਰੈਂਡ ਆ, ਤੇ ਉਹ ਮੈਨੂੰ ਕਹਿੰਦੀ ਵੀ ਜਦੋਂ ਮੇਰੇ ਬੱਚਾ ਹੋਣ ਤੋਂ ਬਾਅਦ ਮੇਰਾ ਭਾਰ ਬਹੁਤ ਜ਼ਿਆਦਾ ਵੱਧ ਗਿਆ ਸੀਗਾ, ਮੈਂ ਫੋਟੋਆਂ ਖਿਚਾਉਣੀਆਂ ਬੰਦ ਕਰਤੀਆਂ, ਮੈਂ ਕਹਿੰਦੀ ਕਿਸੇ ਨੂੰ ਮਿਲਣਾ ਛੱਡਤਾ। ਮੈਂ ਜੇ ਕਿਸੇ ਪਾਰਟੀ ਫੰਕਸ਼ਨ 'ਚ ਜਾਂਦੀ ਵੀ ਸੀਗੀ, ਮਤਲਬ ਫੈਮਿਲੀ ਫੰਕਸ਼ਨ 'ਚ ਜਾਂਦੀ ਵੀ ਸੀਗੀ, ਤਾਂ ਉੱਥੇ ਜਾ ਕੇ ਮੈਂ ਫੋਟੋ ਨਹੀਂ ਸੀ ਖਿਚਾਉਂਦੀ ਹੁੰਦੀ। ਕਹਿੰਦੇ ਮੈਨੂੰ ਆਪਦੇ ਭਾਰ ਦਾ ਇੰਨਾ ਜ਼ਿਆਦਾ ਕੰਪਲੈਕਸ ਹੋ ਗਿਆ ਸੀਗਾ, ਹੈ ਨਾ। ਹਾਲਾਂਕਿ ਉਹ ਬਹੁਤ ਹੀ ਨੈਚੁਰਲ ਪ੍ਰੋਸੈਸ ਹੁੰਦਾ ਵੀ, ਕਈਆਂ ਦਾ ਬਿਲਕੁਲ ਹੀ ਨਹੀਂ ਵੇਟ ਵੱਧਦਾ, ਕਈਆਂ ਦਾ ਬਹੁਤ ਜ਼ਿਆਦਾ ਭਾਰ ਵੱਧ ਜਾਂਦਾ ਬੱਚਾ ਹੋਣ ਤੋਂ ਬਾਅਦ, ਹੈ ਨਾ। ਸੋ ਮੈਨੂੰ ਲੱਗਦਾ ਹੁੰਦਾ ਕਿ ਉਹ ਚੀਜ਼ਾਂ ਜੇ ਤਾਂ ਤੁਹਾਡੇ ਇਕੱਲਿਆਂ ਨਾਲ ਹੋ ਰਹੀਆਂ ਨੇ, ਫਿਰ ਤਾਂ ਤੁਸੀਂ ਸੋਚੋ ਵੀ ਹਾਂ ਪੂਰੀ ਦੁਨੀਆ 'ਚ ਸਿਰਫ ਇੱਕ ਮੇਰੇ ਨਾਲ ਹੋਇਆ, ਹੈ ਨਾ। ਪਰ ਜਦੋਂ ਹੁਣ ਪੂਰੀ ਦੁਨੀਆ 'ਚੋਂ ਕੋਈ ਇੱਕ ਅੱਧਾ ਛੱਡ ਕੇ ਸਭ ਨਾਲ ਹੀ ਹੋ ਰਿਹਾ, ਫਿਰ ਤੁਹਾਨੂੰ ਉਹਨਾਂ ਚੀਜ਼ਾਂ ਬਾਰੇ ਸੋਚਣ ਦੀ ਲੋੜ ਨਹੀਂ ਹੁੰਦੀ ਨਾ। ਇੱਕ ਚੀਜ਼ ਜਿਵੇਂ ਸੁਰਿੰਦਰ ਭਾਜੀ ਉਹਨਾਂ ਨੇ ਵੀ ਮੈਸੇਜ 'ਚ ਤੁਹਾਨੂੰ ਲਿਖਿਆ ਸੀਗਾ ਵੀ ਕਈ ਲੋਕ ਨੇ ਜਿਨ੍ਹਾਂ ਨੂੰ ਲੱਗਦਾ ਠੀਕ ਹੈ ਬਾਹਰ ਜਾਣਾ, ਜਾਓ, ਹਰ ਇੱਕ ਦਾ ਨਿੱਜੀ ਫੈਸਲਾ ਹੋ ਸਕਦਾ, ਕਿਸੇ ਨੂੰ ਉਹ ਦੁਨੀਆ ਰਾਸ ਆਈ ਆ ਜਾਂ ਉਹ ਦੇਸ਼ ਰਾਸ ਆਏ ਨੇਗੇ, ਹੈ ਨਾ। ਪਰ ਇੱਧਰ ਰਹਿੰਦਾ ਬੰਦਾ ਹੁਣ ਜੇ ਇਹ ਸੋਚਣ ਲੱਗ ਜਾਵੇ ਵੀ ਮੇਰਾ ਇੱਥੇ ਕੁਛ ਨਹੀਂ ਬਣਨਾ ਹੈਗਾ, ਉਹ ਬਹੁਤ ਗਲਤ ਚੀਜ਼ ਹੁੰਦੀ ਆ। ਕਈ ਵਾਰੀ ਸਾਡੇ ਮੂਹਰੇ ਮੌਕੇ ਪਏ ਵੀ ਹੁੰਦੇ ਨੇ, ਪਰ ਅਸੀਂ ਇਹ ਚੀਜ਼ ਨੂੰ ਮੰਨ ਲੈਂਦੇ ਹਾਂ ਵੀ ਹੁਣ ਇੱਥੇ ਮੇਰਾ ਕੁਛ ਵੀ ਨਹੀਂ ਹੋ ਸਕਦਾ, ਮੇਰਾ ਤਾਂ ਸਾਰਾ ਕੁਛ ਬਾਹਰ ਹੀ ਹੋ ਸਕਦਾ ਜਾ ਕੇ, ਹੈ ਨਾ। ਪਰ ਸੱਚੀ ਜਿਹੜੇ ਬਾਹਰ ਵੀ ਲੋਕ ਗਏ ਹੋਏ ਨੇ ਨਾ, ਤਾਂ ਉਹਨਾਂ ਨੂੰ ਵੀ ਤੁਸੀਂ ਪੁੱਛ ਕੇ ਦੇਖੋ, ਉਹ ਵੀ ਮਤਲਬ ਕਹਿੰਦੇ ਨੇ ਵੀ ਕਿਹੜੀ ਘੜੀ ਆ ਵੀ ਜੇ ਅਸੀਂ ਮਤਲਬ ਇੱਥੋਂ ਕਿਤੇ ਵਾਪਸ ਜਾ ਸਕੀਏ ਨਾ, ਪਰ ਹੁਣ ਉਹ ਨਹੀਂ ਆ ਸਕਦੇ ਕਿਉਂਕਿ ਉਹਨਾਂ ਦੇਸ਼ਾਂ ਨੇ ਤੁਹਾਨੂੰ ਜਕੜੀ ਇਸ ਤਰੀਕੇ ਨਾਲ ਲਿਆ, ਹੈ ਨਾ। ਜਿਵੇਂ ਆਪਣੇ ਇਹ ਨਹੀਂ ਹੁੰਦਾ ਵੀ ਹੁਣ ਆਪਾਂ ਵੀ ਜਦੋਂ ਪਿੰਡ ਛੱਡ ਕੇ ਸ਼ਹਿਰ ਆ ਜਾਂਦੇ, ਨਾ ਪਿੰਡ ਜੋਗੇ ਨਾ ਇੱਥੋਂ ਜੋਗੇ, ਨਾ ਆਪਾਂ ਪੂਰੀ ਤਰ੍ਹਾਂ ਇੱਥੋਂ ਦੇ ਹੁੰਦੇ ਆ ਤੇ ਨਾ ਹੀ ਆਪਾਂ ਮੁੜ ਕੇ ਫਿਰ ਹੁਣ ਪਿੰਡ ਜਾ ਸਕਦੇ ਹੁੰਦੇ ਆ। ਸੋ ਉਹੀ ਜਿਹੜਾ ਹਾਲ ਆ ਜਾਂ ਉਹੀ ਸੀਨ ਆ ਜਿਹੜਾ ਉਹਨਾਂ ਲੋਕਾਂ ਦਾ ਬਣ ਜਾਂਦਾ ਵਾ, ਹੈ ਨਾ। ਪਰ ਜੇ ਆਪਾਂ ਕਹੀਏ ਉੱਧਰਲੀਆਂ ਕੰਟਰੀਆਂ ਬਹੁਤ ਕੁਛ ਦਿੰਦੀਆਂ ਨੇ, ਮਤਲਬ ਇਹ ਨਹੀਂ ਆਪਾਂ ਕਹਿ ਸਕਦੇ, ਬਹੁਤ ਕਮਾਈ ਆ ਉਹਨਾਂ ਦੇਸ਼ਾਂ ਦੇ ਵਿੱਚ, ਹੈ ਨਾ। ਜਿਵੇਂ ਹੁਣ 10 ਪੜ੍ਹੇ ਬੰਦੇ ਲਈ ਆਪਣੇ ਇੱਧਰ ਨਹੀਂ ਰੁਜ਼ਗਾਰ ਹੈਗਾ, ਹੈ ਨਾ, ਤਾਂ ਉੱਧਰ 10 ਪੜ੍ਹਿਆ ਬੰਦਾ ਵੀ ਵਧੀਆ ਆਪਦੀ ਤਨਖਾਹ ਮਤਲਬ ਨੌਕਰੀ ਕਰਕੇ ਤਨਖਾਹ ਲੈਂਦਾ, ਆਪਣੇ ਘਰ ਦਾ ਗੁਜ਼ਾਰਾ ਚਲਾ ਸਕਦਾ ਵਾ, ਕਰ ਸਕਦਾ ਵਾ। ਤਾਂ ਪਰ ਜੇ ਆਪਾਂ ਇਹ ਮੰਨ ਲਈਏ ਵੀ ਮੇਰਾ ਬਣੂਗਾ ਹੀ ਉੱਥੇ ਜਾ ਕੇ ਸਾਰਾ ਕੁਛ, ਵੀ ਇੱਧਰ ਤਾਂ ਮੇਰਾ ਕੁਛ ਬਣਨਾ ਹੀ ਨਹੀਂ ਹੈਗਾ, ਤਾਂ ਮੈਨੂੰ ਲੱਗਦਾ ਵੀ ਉਹ ਵੀ ਗਲਤ ਗੱਲ ਆ, ਹੈ ਨਾ। ਆਪਾਂ ਮਤਲਬ ਜਿੰਨਾ ਕੁ ਟਾਈਮ ਤੁਹਾਡੇ ਕੋਲੇ ਹੁੰਦਾ ਆ ਜਾਂ ਜੇ ਤੁਸੀਂ ਕੁਛ ਕਰ ਵੀ ਸਕਦੇ ਹੋ, ਤਾਂ ਵੀ ਤੁਸੀਂ ਆਪਣੇ ਆਪ ਨੂੰ ਇੰਨਾ ਡੀਮੋਰਲਾਈਜ਼ ਕਰ ਲੈਂਦੇ ਹੋ ਵੀ ਤੁਹਾਨੂੰ ਮੌਕੇ ਦਿਸਣੇ ਹੀ ਬੰਦ ਹੋ ਜਾਂਦੇ ਨੇਗੇ ਨਾ। ਤਾਂ ਕਿੰਨੀਆਂ ਆਪਾਂ ਚੀਜ਼ਾਂ ਦੇਖੀਆਂ ਨੇ ਵੀ ਜਿਹੜੇ ਲੋਕਾਂ ਦੇ ਕਈ ਵਾਰ ਬੱਚਿਆਂ ਦੇ ਜਦੋਂ ਵੀਜ਼ੇ ਨਹੀਂ ਆਉਂਦੇ, ਫਿਰ ਉਹ ਆਪਣੀ ਜ਼ਿੰਦਗੀ ਨੂੰ ਖਤਮ ਵੀ ਕਰ ਲੈਂਦੇ ਨੇ, ਹੈ ਨਾ। ਸੋ ਇਹ ਵੀ ਥਾਟ ਆਪਦੇ ਦਿਮਾਗ ਦੇ ਬਹੁਤ ਜ਼ਿਆਦਾ ਹਾਵੀ ਨਾ ਕਰੋ। ਮਤਲਬ ਇਨ ਕੇਸ ਵੀ ਤੁਹਾਡਾ ਉੱਧਰਲਾ ਨਹੀਂ ਬਣਦਾ, ਤਾਂ ਤੁਸੀਂ ਇਹ ਨਾ ਸੋਚੋ ਵੀ ਹੁਣ ਮੇਰੇ ਜਿਉਣ ਦਾ ਫਾਇਦਾ ਹੀ ਕੋਈ ਨਹੀਂ, ਤਾਂ ਹੁਣ ਮੈਂ ਆਪਣੀ ਜ਼ਿੰਦਗੀ ਖਤਮ ਕਰ ਲਾਂ।
ਬਹੁਤ ਸਾਰੇ ਮੈਂ ਇੱਦਾਂ ਦੇ ਲੋਕਾਂ ਨੂੰ ਜਾਣਦੀ ਹਾਂ ਜਿਹੜੇ ਸਿਰਫ ਇਸ ਗੱਲ ਕਰਕੇ ਡਿਪਰੈਸ਼ਨ 'ਚ ਨੇਗੇ ਵੀ ਉਹਨਾਂ ਦਾ ਬਾਹਰਲਾ ਨਹੀਂ ਬਣਿਆ ਹੈਗਾ, ਉਹ ਬਾਹਰ ਨਹੀਂ ਜਾ ਸਕੇ ਤੇ ਉਹਨਾਂ ਨੂੰ ਲੱਗਦਾ ਵੀ ਇੱਧਰ ਉਹਨਾਂ ਦੀ ਜ਼ਿੰਦਗੀ ਹੈ ਹੀ ਨਹੀਂਗੀ, ਹੈ ਨਾ। ਬਿਲਕੁਲ। ਹਾਲਾਂਕਿ ਹੁਣ ਜਿਵੇਂ ਜਿਹੜਾ ਬੰਦਾ ਰਿਕਸ਼ਾ ਚਲਾ ਰਿਹਾ ਜਾਂ ਆਪਾਂ ਸੜਕਾਂ ਤੇ ਜਿਹੜੇ ਰੇਹੜੀਆਂ ਲਾ ਕੇ ਖੜੇ ਨੇਗੇ, ਕੀ ਉਹ ਜਿਉ ਨਹੀਂ ਰਹੇ ਹੈਗੇ? ਉਹ ਵੀ ਤਾਂ ਗੁਜ਼ਾਰਾ ਕਰ ਹੀ ਰਹੇ ਨੇਗੇ। ਹਾਂ ਠੀਕ ਆ, ਤੁਸੀਂ ਉਹਨਾਂ ਵਰਗੇ ਨਹੀਂ ਹੋਣਾ ਚਾਹੁੰਦੇ ਜਾਂ ਉਹ ਤੁਹਾਡੇ ਵਰਗੇ ਨਹੀਂ ਹੋਣਾ ਚਾਹੁੰਦੇ, ਪਰ ਫਿਰ ਵੀ ਆਪਾਂ ਕਹਿੰਦੇ ਆ ਵੀ ਆਸ ਨਾ ਖਤਮ ਕਰੋ। ਕਦੇ ਵੀ ਚੀਜ਼ ਨੂੰ ਇਹ ਨਾ ਕਹੋ, ਕਿਸੇ ਵੀ ਸਿਚੁਏਸ਼ਨ 'ਚ ਇਹ ਨਾ ਮੰਨੋ ਵੀ ਇੱਥੇ ਕੋਈ ਆਸ ਹੀ ਹੈ ਨਹੀਂਗੀ, ਹੈ ਨਾ। ਬਿਲਕੁਲ। ਹੁਣ ਤੁਸੀਂ ਦੇਖੋ ਮਤਲਬ ਇੰਨੀ ਜ਼ਿਆਦਾ ਆਪਣੀ ਜ਼ਿੰਦਗੀ ਕੀਮਤੀ ਆ। ਜਦੋਂ ਆਪਾਂ ਮਨਜੀਤ ਭੈਣ ਉਹਨਾਂ ਨੂੰ ਇੰਟਰਵਿਊ ਕੀਤਾ ਸੀ ਨਾ, ਉਹ ਕਹਿੰਦੇ ਵੀ ਜਦੋਂ ਤੁਸੀਂ ਹਸਪਤਾਲ 'ਚ ਪਏ ਹੁੰਦੇ ਹੋ ਨਾ, ਉਸ ਵਕਤ ਤੁਹਾਨੂੰ ਸਿਰਫ ਇਕੱਲੇ ਸਾਹਾਂ ਦੀ ਕੀਮਤ ਪਤਾ ਹੁੰਦੀ ਆ ਵੀ ਸਾਹ ਕਿੰਨੇ ਕੀਮਤੀ ਹੁੰਦੇ। ਉਦੋਂ ਤੁਸੀਂ ਇਹ ਨਹੀਂ ਦੇਖ ਰਹੇ ਹੁੰਦੇ ਵੀ ਮੈਂ ਮੋਟਾ ਸੀ ਕਿ ਕਾਲਾ ਸੀ ਕਿ ਮੇਰੇ ਸਿਰ ਦੇ ਵਾਲ ਝੜ ਗਏ ਨੇ ਕਿ ਮੈਂ ਮਤਲਬ ਕਿਵੇਂ ਦਾ ਦਿਸਣ ਲੱਗ ਗਿਆ। ਉਹ ਕਹਿੰਦੇ ਵੀ ਕੈਂਸਰ ਟਾਈਮ ਇਹੋ ਜਿਹਾ ਹੁੰਦਾ ਜਦੋਂ ਤੁਹਾਨੂੰ ਕੀਮੋ ਲੱਗਦੀ, ਤੁਹਾਡੀ ਬੋਡੀ 'ਚੋਂ ਸਮੈਲ ਬਹੁਤ ਗੰਦੀ ਆਉਣ ਲੱਗ ਜਾਂਦੀ ਹੈ ਨਾ। ਕਹਿੰਦੇ ਪਰ ਉਸ ਵਕਤ ਕੋਈ ਚੀਜ਼ਾਂ ਨਹੀਂ ਤੁਸੀਂ ਦੇਖ ਰਹੇ ਹੁੰਦੇ, ਤੁਹਾਨੂੰ ਕਿੰਨਾ ਘਾਟਾ ਪੈ ਗਿਆ, ਕਿਹੜੇ ਸਾਲ ਕੀ ਨੁਕਸਾਨ ਹੋਇਆ, ਤੁਹਾਡੇ ਮਨ 'ਚ ਕੁਛ ਨਹੀਂ ਚੱਲ ਰਿਹਾ ਹੁੰਦਾ। ਤੁਹਾਨੂੰ ਹੁੰਦਾ ਵੀ ਬਸ ਇਸ ਜਿਹੜੇ ਸਾਹ ਨੇ ਇਹ ਚੱਲਦੇ ਰਹਿਣੇ ਚਾਹੀਦੇ। ਜੇ ਸਾਹ ਚੱਲਦੇ ਨੇ, ਹੈ ਨਾ, ਤੁਸੀਂ ਮੋਟੇ ਹੋ, ਪਤਲੇ ਹੋ, ਕਾਲੇ ਹੋ, ਤੁਸੀਂ ਇਹ ਪ੍ਰਵਾਹ ਆਪਾਂ ਬਹੁਤ ਜ਼ਿਆਦਾ ਕਰਦੇ ਹਾਂ। ਆਪਾਂ ਵੀ ਕਰਦੇ ਹਾਂ, ਮੈਂ ਵੀ ਇਸ ਚੀਜ਼ ਦਾ ਸ਼ਿਕਾਰ ਹਾਂ ਆਪਣੇ ਅੰਦਰੋਂ। ਮਤਲਬ ਕਿ ਆਪਾਂ ਕਹਿੰਦੇ ਕਿ ਆਪਾਂ ਹਰ ਵਕਤ ਵਧੀਆ ਲੱਗਣੇ ਚਾਹੀਦੇ ਆ। ਮਤਲਬ ਹਰ ਵਕਤ ਸਾਡੇ ਬਾਰੇ ਕੋਈ ਨਾ ਕੋਈ ਬੰਦਾ ਸਿਰਫ ਚੰਗਾ ਹੀ ਬੋਲੇ, ਮਾੜਾ ਨਾ ਬੋਲੇ। ਮੇਰੀ ਪਿੱਠ ਪਿੱਛੇ ਵੀ ਕੋਈ ਬੰਦਾ ਮੇਰੀ ਬੁਰਾਈ ਨਾ ਕਰੇ। ਉਹ ਕੀ ਚੀਜ਼ ਆ? ਉਹ ਇੱਕ ਤਮਾ ਹੀ ਆ ਕਿ ਮੈਂ 100% ਸੈਟੀਸਫਾਈ ਕਰਦਾ ਸਿਫਤ ਦਾ ਨਸ਼ਾ। ਹਾਂ, ਹੈ ਨਾ। ਜਾਂ ਆਪਾਂ ਕਹਿੰਦੇ ਕਿ ਮੈਂ ਐਫਰਟਸ ਹੀ ਇੰਨੇ ਲਾਉਣਾ, ਹੈ ਨਾ, ਕਿ ਮੈਨੂੰ ਹੁੰਦਾ ਵੀ ਸਾਹਮਣੇ ਵਾਲਾ ਬੰਦਾ 100% ਸੰਤੁਸ਼ਟ ਹੋ ਜਾਵੇ ਉਸ ਚੀਜ਼ ਤੋਂ ਕਿ ਹਾਂ ਵੀ ਇਹਨੇ ਮੇਰੇ ਲਈ ਬੜਾ ਕੀਤਾ, ਇਹਨੇ ਮੇਰੇ ਆਏ 'ਤੇ ਐਵੇਂ ਕੀਤਾ। ਔਰ ਇਹ ਚੀਜ਼ ਬਹੁਤ ਗਲਤ ਆ। ਦੂਜਿਆਂ ਨੂੰ ਤੁਸੀਂ ਇੰਨਾ ਜ਼ਿਆਦਾ ਸੰਤੁਸ਼ਟ ਕਰਨ ਦੇ ਚੱਕਰ 'ਚ ਕਈ ਵਾਰ ਤੁਹਾਨੂੰ ਆਪ ਨੂੰ ਨਹੀਂ ਪਤਾ ਹੁੰਦਾ ਵੀ ਮੈਂ ਹੈਗਾ ਦੁਨੀਆ 'ਤੇ, ਮੈਂ ਜਿਉਂ ਰਿਹਾ ਦੁਨੀਆ 'ਤੇ। ਮੇਰੇ ਘਰ 'ਚ ਸਾਰਿਆਂ ਤੋਂ ਛੋਟਾ ਕੱਦ ਮੇਰਾ ਹੈ। ਮਤਲਬ ਮੇਰੇ ਇਨ-ਲॉ 'ਚ ਕਿਸੇ ਜਨਾਨੀ ਦਾ ਵੀ ਇੰਨਾ ਮੇਰੇ ਜਿੰਨੀ ਹਾਈਟ ਨਹੀਂ ਹੈਗੀ, ਹੈ ਨਾ। ਸਾਰੇ ਲੰਮੇ ਨੇ, ਸਾਰੇ ਮੇਰੇ ਤੋਂ ਜ਼ਿਆਦਾ ਮਾਡਰਨ ਨੇ। ਮਤਲਬ ਜਦੋਂ ਮੈਂ ਉਸ ਪਰਿਵਾਰ 'ਚ ਸਾਰੇ ਇਕੱਠਿਆਂ ਬੰਦਿਆਂ 'ਚ ਬੈਠਦੀ ਹਾਂ ਨਾ, ਮੈਨੂੰ ਐਂ ਲੱਗਦਾ ਹੁੰਦਾ ਵੀ ਸਭ ਤੋਂ ਦੇਸੀ ਢੰਗ ਮੇਰਾ, ਹੈ ਨਾ, ਬੋਲਣ ਦਾ ਵੀ, ਰਹਿਣ ਦਾ ਵੀ, ਕੱਪੜੇ ਪਾਉਣ ਦਾ ਵੀ। ਪਰ ਮੈਨੂੰ ਕਦੇ ਇਹ ਚੀਜ਼ ਕਦੇ ਨਹੀਂ ਲੱਗੀ ਵੀ ਮੈਂ ਇਹਨਾਂ 'ਚੋਂ ਕਿਤੇ ਘੱਟ ਹਾਂ। ਇੱਕ ਦਿਨ ਮੈਨੂੰ ਗਨੂ ਨੇ ਪੁੱਛਿਆ ਕਿ ਮੰਮਾ ਤੁਹਾਨੂੰ ਇਹਨਾਂ 'ਚ ਬੈਠ ਕੇ ਮਤਲਬ ਕਿਵੇਂ ਲੱਗਦਾ ਹੁੰਦਾ? ਮੈਂ ਕਿਹਾ ਮੈਨੂੰ ਐਂ ਲੱਗਦਾ ਹੁੰਦਾ ਵੀ ਜੋ ਮਰਜ਼ੀ ਕੋਈ ਪਾ ਕੇ ਆ ਜਾਵੇ, ਪਰ ਜਦੋਂ ਮੂੰਹ ਖੁੱਲੂਗਾ ਤਾਂ ਸਾਰੇ ਲੋਕ ਮੈਨੂੰ ਸੁਣਨਗੇ, ਹੈ ਨਾ। ਵੀ ਮੈਨੂੰ ਇਸ ਚੀਜ਼ 'ਤੇ ਕੌਨਫੀਡੈਂਸ ਆ। ਕੀ ਪਤਾ ਮੈਨੂੰ ਰੱਬ ਨੇ ਉਹ ਕੱਦ ਨਹੀਂ ਦਿੱਤਾ, ਮੈਨੂੰ ਰੱਬ ਨੇ ਉਹਨਾਂ ਮਾਡਰਨ ਹੋਣ ਦਾ ਹੌਸਲਾ ਨਹੀਂ ਦਿੱਤਾ, ਤਾਂ ਉਹਨੇ ਮੈਨੂੰ ਕਿੰਨੀ ਸਿਆਣੀ ਜ਼ੁਬਾਨ ਦਿੱਤੀ ਹੋਵੇ, ਕਿੰਨੀ ਅਕਲ ਦਿੱਤੀ ਹੋਵੇ। ਮੈਂ ਇੱਕ ਦਿਨ ਮਤਲਬ ਇਹ ਚੀਜ਼ 'ਚ ਮਾਣ ਨਹੀਂ ਕਰਨਾ ਚਾਹੀਦਾ, ਪਰ ਮੈਂ ਕਈ ਵਾਰੀ ਚੀਜ਼ਾਂ ਕਾਊਂਟ ਕਰਦੀ ਹੁੰਦੀ ਹਾਂ ਵੀ ਕਿੰਨੇ ਖੁਸ਼ਕਿਸਮਤ ਆ ਆਪਾਂ, ਹੈ ਨਾ। ਆਪਾਂ ਨੂੰ ਬੋਲਣ ਦਾ ਢੰਗ, ਆਪਾਂ ਕਾਲਜਾਂ 'ਚ ਕਿੰਨੀਆਂ ਪ੍ਰਾਪਤੀਆਂ ਲੈ ਕੇ ਆਏ ਹਾਂ, ਕਿੰਨੇ ਚੰਗੇ ਮਾਂ ਪਿਓ ਦੇ ਘਰੇ ਆਪਾਂ ਪੈਦਾ ਹੋਏ ਹਾਂ। ਕੁਦਰਤ ਨੇ ਆਪਾਂ ਨੂੰ ਕਿੰਨੇ ਲੋਕਾਂ ਨਾਲੋਂ ਵੱਖਰੇ ਕਈ ਗੁਣ ਦਿੱਤੇ ਨੇ। ਆਪਾਂ ਘਰ ਵਧੀਆ ਤਰੀਕੇ ਨਾਲ ਸੰਭਾਲ ਰਹੇ ਹਾਂ, ਪਰ ਅਸੀਂ ਉਹ ਚੀਜ਼ 'ਚ ਨਹੀਂ ਸੰਤੁਸ਼ਟੀ ਲੱਭਦੇ, ਹੈ ਨਾ। ਔਰ ਕੁਦਰਤ ਨੇ ਕਈਆਂ ਨੂੰ ਇੰਨੀ ਜਾਇਦਾਦ ਦਿੱਤੀ, ਉੱਥੇ ਉਹਨਾਂ ਨੂੰ ਤੰਦਰੁਸਤੀ ਨਹੀਂ ਦਿੱਤੀ, ਹੱਥ ਪੈਰ ਨਹੀਂ ਦਿੱਤੇ। ਕਈ ਬੱਚੇ ਦੁਨੀਆ 'ਤੇ ਆਉਂਦੇ ਨੇ ਬਿਨਾਂ ਹੱਥਾਂ ਪੈਰਾਂ ਦੇ ਆਉਂਦੇ ਆ। ਫਿਰ ਉਹ ਤਾਂ ਮੈਨੂੰ ਲੱਗਦਾ ਵੀ ਉਹ ਘੁਲਦੇ ਹੀ ਮਰ ਜਾਣ ਕਿ ਰੱਬ ਨੇ ਸਾਨੂੰ ਆਹ ਨਹੀਂ ਦਿੱਤਾ, ਰੱਬ ਨੇ ਸਾਨੂੰ ਆਹ ਨਹੀਂ ਦਿੱਤਾ। ਕਈ ਮੌਕੇ ਹੁੰਦੇ ਨੇ ਕੁਦਰਤ ਤੁਹਾਨੂੰ ਦਿੰਦੀ ਨਹੀਂ, ਤੁਹਾਨੂੰ ਪੈਦਾ ਕਰਨੇ ਪੈਂਦੇ ਆ। ਜਿਵੇਂ 30-30 ਸਾਲ ਤੱਕ ਕਈ ਮੁੰਡੇ ਕੁੜੀਆਂ ਨੇ ਜਿਹੜੇ ਸਰਕਾਰੀ ਨੌਕਰੀ ਉਡੀਕਦੇ ਰਹਿੰਦੇ ਨੇ, ਹੈ ਨਾ, ਕਿ ਸਾਨੂੰ ਸਰਕਾਰੀ ਨੌਕਰੀ ਮਿਲ ਜਾਵੇ। ਉਹਨਾਂ ਚਿਰ ਉਹ ਪ੍ਰਾਈਵੇਟ ਵੀ ਕੋਈ ਕੰਮ ਨਹੀਂ ਕਰਦੇ। ਪਰ ਇਹ ਕਿੰਨੀ ਮਾੜੀ ਗੱਲ ਆ ਕਿ ਆਪਾਂ ਮਤਲਬ ਜੋ ਚੀਜ਼ ਤੁਸੀਂ ਕਰ ਸਕਦੇ ਹੋ ਉਹ ਤੁਸੀਂ ਕਰ ਨਹੀਂ ਰਹੇ, ਜੋ ਤੁਹਾਨੂੰ ਮਿਲ ਨਹੀਂ ਰਹੀ ਉਹਦੇ ਪਿੱਛੇ ਤੁਸੀਂ ਝੁਰੀ ਜਾ ਰਹੇ ਹੋ, ਹੈ ਨਾ। ਜਿਵੇਂ ਮੇਰੀ ਤੇ ਸੋਨਪ੍ਰੀਤ ਦੀ ਹਾਈਟ ਦਾ ਬਹੁਤ ਫਰਕ ਆ, ਹੈ ਨਾ। ਦੇਖਣ ਵਾਲਿਆਂ ਨੂੰ ਜ਼ਰੂਰ ਲੱਗਦਾ ਹੋਊਗਾ ਵੀ ਮਤਲਬ ਵੀ ਹਸਬੈਂਡ ਕਿੰਨਾ ਲੰਬਾ, ਵਾਈਫ ਦੀ ਹਾਈਟ ਘੱਟ ਆ, ਹੈ ਨਾ। ਪਰ ਸਾਨੂੰ ਆਪਸ 'ਚ ਕਦੇ ਮਹਿਸੂਸ ਨਹੀਂ ਹੋਇਆ ਹੈਗਾ। ਅਤੇ ਤੁਸੀਂ ਮਤਲਬ ਯਕੀਨ ਕਰੋ, ਕਦੇ ਮੈਂ ਇਹ ਨਹੀਂ ਸੋਚਿਆ ਹੈਗਾ ਵੀ ਅੱਜ ਅਸੀਂ ਇਕੱਠਿਆਂ ਨੇ ਜਾਣਾ ਅਤੇ ਮੈਂ ਹੀਲ ਪਾ ਲਵਾਂ, ਜਾਂ ਉਹਨਾਂ ਨੇ ਮੈਨੂੰ ਕਿਹਾ ਹੋਵੇ ਕਦੇ ਵੀ ਮੈਨੂੰ ਵਧੀਆ ਲੱਗਦਾ ਵੀ ਜਾਂ ਤੂੰ ਹੀਲ ਪਾ ਲਾ, ਥੋੜ੍ਹੀ ਜਿਹੀ ਮੇਰੇ ਬਰੋਬਰ ਲੱਗੇਂਗੀ ਜਾਂ ਕੁਛ ਵੀ, ਹੈ ਨਾ। ਮਤਲਬ ਇਹ ਚੀਜ਼ ਮਹਿਸੂਸ ਕਰਨ 'ਤੇ, ਜਿਵੇਂ ਕੁਛ ਚੀਜ਼ਾਂ ਤੁਹਾਨੂੰ ਮਹਿਸੂਸ ਹੁੰਦੀਆਂ ਵੀ ਉਹਦੇ 'ਚ ਅਸੀਂ ਸੈਟਿਸਫਾਈਡ ਹਾਂ ਦੋਨੋਂ ਜਾਣੇ ਵੀ ਠੀਕ ਆ, ਉਹ ਆਪਣੀ ਹਾਈਟ ਕੈਰੀ ਕਰਦੇ ਆ, ਮੈਂ ਆਪਣੀ ਹਾਈਟ ਕੈਰੀ ਕਰਦੀ ਹਾਂ, ਹੈ ਨਾ। ਕਈ ਲੋਕਾਂ 'ਚ ਇਹ ਵੀ ਬਹੁਤ ਜ਼ਿਆਦਾ ਇਨਫੀਰੀਅਰਿਟੀ ਕੰਪਲੈਕਸ ਆ ਜਾਂਦਾ ਵਾ ਵੀ ਜੇ ਮਤਲਬ ਮੁੰਡੇ ਕੁੜੀ ਦੀ ਹਾਈਟ ਇੱਕ ਦੂਜੇ ਦੇ ਨਾਲ ਛੋਟੀ ਵੱਡੀ ਹੁੰਦੀ ਆ, ਹੈ ਨਾ। ਆਪਾਂ ਨੂੰ ਹਮੇਸ਼ਾ ਆਪ ਨੂੰ ਨਹੀਂ ਕਈ ਵਾਰ ਲੱਗਦਾ ਹੁੰਦਾ, ਆਪਾਂ ਨੂੰ ਨਾ ਰਿਐਕਸ਼ਨ ਤੋਂ ਬੜਾ ਡਰ ਲੱਗਣ ਲੱਗ ਜਾਂਦਾ ਵਾ ਵੀ ਜੇ ਕਿਸੇ ਨੇ ਦੇਖ ਕੇ ਮਾੜਾ ਜਿਹਾ ਕੋਈ ਗੱਲ ਕਹਿਤੀ ਜਾਂ ਜੇ ਕੋਈ ਸਾਨੂੰ ਦੇਖ ਕੇ ਹੱਸ ਪਿਆ, ਹੈ ਨਾ। ਸੋ ਮੈਨੂੰ ਲੱਗਦਾ ਵੀ ਅਸੀਂ ਤਾਂ ਮਤਲਬ ਬਹੁਤ ਸਟਰੋਂਗ ਹੈਡਡ ਲੋਕੀ ਹੋਣੇ ਚਾਹੀਦੇ ਆ ਅਤੇ ਸਾਨੂੰ ਇਹਨਾਂ ਚੀਜ਼ਾਂ ਦਾ ਫਰਕ ਨਹੀਂ ਪੈਣਾ ਚਾਹੀਦਾ ਵੀ ਕੋਈ ਸਾਨੂੰ ਦੇਖ ਕੇ ਕੀ ਕਹਿ ਰਿਹਾ ਵਾ ਜਾਂ ਮੇਰੀ ਕੋਈ ਕਮੀ ਦੇਖ ਰਿਹਾ ਜਾਂ ਮੈਨੂੰ ਕੋਈ ਦੇਖ ਕੇ ਕੋਈ ਮਸ਼ਕਰੀ ਨਾਲ ਹੱਸ ਰਿਹਾ ਵਾ, ਹੈ ਨਾ।
ਸੋ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਜੋ ਚੀਜ਼ਾਂ ਤੁਹਾਡੇ ਕੋਲੇ ਹੈਗੀਆਂ ਨੇ, ਜੋ ਪ੍ਰਮਾਤਮਾ ਨੇ ਤੁਹਾਨੂੰ ਜਿਵੇਂ ਦਿੱਤਾ, ਜਿਵੇਂ ਦਾ ਬਣਾਇਆ ਵਾ, ਉਹਨੇ ਕੁਝ ਸੋਚ ਕੇ ਬਣਾਇਆ ਹੋਊਗਾ, ਸਾਨੂੰ ਉਸ ਚੀਜ਼ ਨੂੰ ਇੰਜੋਏ ਕਰਨਾ ਚਾਹੀਦਾ ਰੈਦਰ ਕਿ ਆਪਾਂ ਇਹੀ ਸੋਚੀ ਜਾਈਏ ਵੀ ਮੇਰੇ ਕੋਲੇ ਆਹ ਚੀਜ਼ ਹੈ ਨਹੀਂ, ਫਲਾਣੇ ਕੋਲ ਤਾਂ ਹੈਗੀ ਆ, ਹੈ ਨਾ। ਹੋ ਸਕਦਾ ਵੀ ਜਿਵੇਂ ਆਪਾਂ ਗੱਲ ਕਰਦੇ ਸੀਗੇ ਵੀ ਕਈ ਘਰ ਬਹੁਤ ਵੱਡੇ ਹੁੰਦੇ ਨੇ ਪਰ ਉੱਥੇ ਸੁੱਖ ਨਹੀਂ ਹੁੰਦਾ ਹੈਗਾ, ਕਈ ਘਰ ਬਹੁਤ ਛੋਟੇ ਹੁੰਦੇ ਨੇ ਉੱਥੇ ਸੁੱਖ ਬਹੁਤ ਹੁੰਦਾ ਆ, ਹੈ ਨਾ। ਸੋ ਹਮੇਸ਼ਾ ਇਹਨਾਂ ਚੀਜ਼ਾਂ ਨੂੰ ਦੇਖੋ ਵੀ ਹੋ ਸਕਦਾ ਵੱਡੇ ਘਰਾਂ 'ਚ ਵੀ ਲੋਕ ਦੁਖੀ ਹੋਣ, ਹੋ ਸਕਦਾ ਤੁਹਾਡਾ ਘਰ ਉਹਨਾਂ ਨਾਲੋਂ ਭਾਵੇਂ 10 ਗੁਣਾ ਛੋਟਾ ਹੋਵੇ ਪਰ ਤੁਸੀਂ ਖੁਸ਼ ਉਹਨਾਂ ਦੇ ਨਾਲੋਂ ਜ਼ਿਆਦਾ ਹੋਵੋ, ਹੈ ਨਾ। ਸੋ ਹਮੇਸ਼ਾ ਮੈਨੂੰ ਲੱਗਦਾ ਹੁੰਦਾ ਹੈ ਕਿ ਖੁਸ਼ ਰਹਿਣਾ ਚਾਹੀਦਾ, ਸੈਟਿਸਫਾਈਡ ਰਹਿਣਾ ਚਾਹੀਦਾ। ਤੁਸੀਂ ਕਹੋ ਵੀ ਜੋ ਪ੍ਰਮਾਤਮਾ ਨੇ ਮੈਨੂੰ ਦਿੱਤਾ ਜਾਂ ਮੇਰੇ ਲਈ ਕੀਤਾ, ਜੋ ਜਿਵੇਂ ਦਾ ਉਹਨੇ ਮੈਨੂੰ ਬਣਾਇਆ, ਉਹਨੇ ਮੇਰੇ ਚੰਗੇ ਲਈ ਹੀ ਕੀਤਾ ਹੋਊਗਾ। ਸੋ ਮੈਨੂੰ ਲੱਗਦਾ ਹੁੰਦਾ ਵੀ ਜਿਹੜੇ ਆਪਾਂ ਸੋਸ਼ਲ ਮੀਡੀਆ ਨਾ ਉਹ ਆਪਣੇ ਦੇ ਵਿੱਚੋਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਲੈ ਕੇ ਆ ਰਿਹਾ ਵਾ ਵੀ ਆਪਾਂ ਆਪਣੇ ਆਪ ਤੋਂ ਸੰਤੁਸ਼ਟ ਨਹੀਂ ਹੁੰਦੇ ਹੈਗੇ, ਹੈ ਨਾ। ਉਹ ਤੁਹਾਡੇ ਅੰਦਰ ਉਹ ਚੀਜ਼ਾਂ ਨੂੰ ਭਰਨਾ ਸ਼ੁਰੂ ਕਰ ਦਿੰਦਾ ਵੀ ਤੁਸੀਂ ਐਵੇਂ ਦੇ ਦਿਸਣੇ ਚਾਹੀਦੇ ਹੋ, ਐਵੇਂ ਦੇ ਲੱਗਣੇ ਚਾਹੀਦੇ ਹੋ, ਐਵੇਂ ਦਾ ਤੁਹਾਡਾ ਘਰ ਹੋਣਾ ਚਾਹੀਦਾ। ਜੇ ਤੁਸੀਂ ਇੰਨਾ ਕਮਾਉਂਦੇ ਹੋ ਤੁਸੀਂ ਤਾਂ ਹੀ ਸੈਟਲ ਮੰਨੇ ਜਾਓਗੇ, ਜੇ ਤੁਸੀਂ ਫਲਾਣੀ ਡੈਜ਼ਿਗਨੇਸ਼ਨ 'ਤੇ ਹੋ ਤਾਂ ਹੀ ਤੁਸੀਂ ਮਤਲਬ ਰਿਪਿਊਟਡ ਮੰਨੇ ਜਾਓਗੇ। ਸੋ ਉਹਨਾਂ ਚੀਜ਼ਾਂ ਨੂੰ ਮੈਨੂੰ ਲੱਗਦਾ ਵੀ ਮਾਈਨਸ ਕਰਕੇ ਤੁਸੀਂ ਇਹ ਦੇਖੋ ਵੀ ਮੈਂ ਕਿਸ ਪਾਸੇ ਖੁਸ਼ ਹਾਂ, ਮੈਨੂੰ ਕਿਸ ਪਾਸੇ ਚੰਗਾ ਲੱਗਦਾ, ਦਿਮਾਗੀ ਤੌਰ 'ਤੇ ਮੈਂ ਰਿਲੈਕਸ ਕਿਹੜੇ ਪਾਸੇ ਰਹਿ ਕੇ ਹਾਂ, ਹੈ ਨਾ। ਸੋ ਜੇ ਤੁਸੀਂ ਖੁਸ਼ ਹੋ, ਜੋ ਤੁਹਾਨੂੰ ਚੰਗਾ ਲੱਗ ਰਿਹਾ, ਫਿਰ ਮਤਲਬ ਤੁਸੀਂ ਉਹ ਕਰੋ, ਅਦਰਵਾਈਜ਼ ਤੁਸੀਂ ਲੋਕਾਂ ਲਈ ਨਾ ਕਰੋ। ਗੁਰਦੀਪ, ਗੱਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਣ 'ਤੇ ਆ। ਜਿਵੇਂ ਹੁਣ ਆਪਾਂ ਕਿਸੇ ਹੋਟਲ 'ਚ ਜਾਂਦੇ ਹਾਂ ਨਾ, ਉੱਥੇ ਆਪਾਂ ਨੂੰ ਖਾਣਾ ਪਰੋਸਿਆ ਜਾਂਦਾ, ਕਿੰਨੇ ਵਧੀਆ ਕਰੋਕਰੀ 'ਚ ਹੁੰਦਾ ਉਹ, ਵੀ ਉਹਨੂੰ ਚਾਹੇ ਉਹ ਸਵਾਦ ਵੀ ਨਾ ਹੋਵੇ, ਤੁਹਾਨੂੰ ਦੇਖ ਕੇ ਜੀ ਕਰਨ ਲੱਗ ਜਾਂਦਾ ਮੈਂ ਬੁਰਕੀ ਲਾਵਾਂ ਛੇਤੀ। ਪਰ ਜਿੱਥੇ ਉਹ ਖਾਣਾ ਬਣਦਾ, ਜੇ ਤੁਸੀਂ ਉਹ ਜਗ੍ਹਾ ਨੂੰ ਜਾ ਕੇ ਦੇਖੋਗੇ ਤਾਂ ਸ਼ਾਇਦ ਤੁਹਾਡਾ ਮਤਲਬ ਲੰਘਾਈ ਹੋਈ ਬੁਰਕੀ ਵੀ ਬਾਹਰ ਕੱਢਣ ਨੂੰ ਮਨ ਕਰਿਆ ਹੋਊਗਾ, ਹੈ ਨਾ। ਸੇਮ ਐਵੇਂ ਹੁੰਦਾ, ਜੋ ਕੋਈ ਕਿਤੇ ਵੀ ਆਪਦੀ ਜ਼ਿੰਦਗੀ ਦਿਖਾ ਰਿਹਾ, ਜਦੋਂ ਤੁਹਾਨੂੰ ਮਿਲਣ ਆ ਰਿਹਾ ਜਾਂ ਤੁਸੀਂ ਕਿਸੇ ਨੂੰ ਮਿਲਣਾ, ਉਹ ਤੁਹਾਨੂੰ ਸਭ ਸੋਹਣਾ ਹੀ ਦਿਖਾਊਗਾ। ਉਹ ਕਦੇ ਨਹੀਂ ਕਹੂਗਾ ਵੀ ਅਸੀਂ ਰਾਤ ਅਜੇ ਇੱਕ ਦੂਜੇ ਦਾ ਕੁੱਟ ਕਟਾਪਾ ਕਰਕੇ ਹਟਿਆ ਨਾ। ਤੇ ਅਸੀਂ ਉਹਨਾਂ ਦੀਆਂ ਜ਼ਿੰਦਗੀਆਂ ਤੋਂ ਪ੍ਰਭਾਵਿਤ ਹੁੰਦੇ ਹਾਂ। ਮੈਂ ਜਦੋਂ ਕਿਸੇ ਦੀ ਇੰਟਰਵਿਊ ਕਰਕੇ ਜਾਂਦੀ ਹਾਂ ਤਾਂ ਮੈਨੂੰ ਘਰ ਦੇ ਕਹਿ ਦਿੰਦੇ ਆ ਵੀ ਅੱਜ ਤੂੰ ਕਿਸੇ ਦੀ ਇੰਟਰਵਿਊ ਕੀਤੀ ਹੋਈ ਆ ਨਾ, ਕਿਉਂਕਿ ਤੁਹਾਡਾ ਗੱਲਾਂ ਦਾ ਘਰੇ ਜਾ ਕੇ ਢੰਗ ਬਦਲ ਜਾਂਦਾ। ਤੁਹਾਨੂੰ ਲੱਗਦਾ ਯਾਰ ਜਿਹਦੀ ਜ਼ਿੰਦਗੀ ਦੇਖ ਕੇ ਆਏ ਉਵੇਂ ਘਰ ਨੂੰ ਆ ਕੇ ਮੈਨੇਜ ਕਰਦਾ, ਹੈ ਨਾ। ਤੇ ਐਵੇਂ ਹੀ ਬਸ ਆਪਾਂ ਸਾਰੀਆਂ ਚੀਜ਼ਾਂ 'ਚ ਕਰਦੇ ਹਾਂ। ਕੋਈ ਸੋਹਣੀ ਮਾਡਲ ਦੇ ਲਈ ਯਾਰ ਮੈਂ ਇਹਦੇ ਜਿੰਨੀ ਸੋਹਣੀ ਕਿਉਂ ਨਹੀਂ। ਆ ਕੁੜੀਆਂ ਮਤਲਬ ਆਪਾਂ ਤਾਂ ਚਲੋ ਹਰ ਇੱਕ ਦੀ ਆਪਣੀ ਸੋਚ ਆ ਕਿ ਉਹ ਕਿਵੇਂ ਸੋਹਣਾ ਦਿਖਣਾ ਚਾਹੁੰਦਾ। ਕੁੜੀਆਂ ਐਡੇ ਐਡੇ ਬੁੱਲ ਕਰਾਈ ਫਿਰਦੀਆਂ ਨੇ ਟੀਕੇ ਲਵਾ ਕੇ ਨਾ, ਉਹ ਕਿੰਨੇ ਬੁਰੇ ਲੱਗਦੇ ਆ। ਉਹ ਕੀ ਉਹ ਸਾਡੀ ਜ਼ਰੂਰਤ ਆ, ਉਹ ਇੰਡਸਟਰੀ ਦੀ ਜ਼ਰੂਰਤ ਹੈ ਨਾ। ਤੇ ਕਿੰਨੀਆਂ ਚੀਜ਼ਾਂ ਨੇ ਅਸੀਂ ਇਸੇ ਚੱਕਰ 'ਚ ਕਰਦੇ ਹਾਂ ਵੀ ਕਈ ਕੱਪੜੇ ਅਸੀਂ ਇਸੇ ਚੱਕਰ 'ਚ ਪਾ ਲੈਂਦੇ ਹਾਂ ਵੀ ਉਹ ਮੈਨੂੰ ਪਾਏ ਹੋਏ ਨਹੀਂ ਵਧੀਆ ਲੱਗਣਗੇ, ਪਰ ਯਾਰ ਦੂਜਾ ਨਾ ਕਵੇ ਵੀ ਮੈਂ ਦੇਸੀ ਹਾਂ, ਹੈ ਨਾ। ਇੱਕ ਇਹ ਚੀਜ਼ਾਂ ਨੇ। ਤੇ ਮੈਨੂੰ ਲੱਗਦਾ ਵੀ ਪਤਾ ਨਹੀਂ ਤੁਹਾਡੇ ਕੋਲ ਅਗਲਾ ਸਾਹ ਆਉਣਾ ਕਿ ਨਹੀਂ। ਸਾਡੇ ਸਾਹਮਣੇ ਘਰ 'ਚ ਇੱਕ ਆਂਟੀ ਸੀ, ਮੈਂ ਤੁਹਾਨੂੰ ਦੱਸਿਆ ਵੀ ਉਹ ਸਬਜ਼ੀ ਬਣਾ ਕੇ ਸੁੱਤੇ, ਕਹਿੰਦੇ ਉੱਠ ਕੇ ਰੋਟੀ ਬਣਾਉਂਗੀ, ਤੇ ਉਹ ਰੋਟੀ ਬਣਾਉਣ ਲਈ ਨਹੀਂ ਉੱਠੇ, ਹੈ ਨਾ। ਤੇ ਤੁਸੀਂ ਜਿਹੜੀਆਂ ਚੀਜ਼ਾਂ ਨੂੰ ਪੋਸਟਪੋਨ ਕਰਦੇ ਰਹਿੰਦੇ ਵੀ ਜਦੋਂ ਪਤਲੀ ਹੋ ਗਈ ਉਦੋਂ ਆਹ ਕਰੂੰਗੀ, ਜਦੋਂ ਸੋਹਣੀ ਹੋ ਗਈ ਉਦੋਂ ਇੱਦਾਂ ਕਰਾਂਗੇ, ਜਦੋਂ ਤਕੜੇ ਹੋ ਗਏ ਫਿਰ ਉਦੋਂ ਆਹ ਖਾਵਾਂਗੇ ਪੀਵਾਂਗੇ। ਇਹਨਾਂ ਚੀਜ਼ਾਂ ਦੇ ਪਲਾਨ ਬਣਾਉਣੇ ਛੱਡ ਦੇਣੇ ਚਾਹੀਦੇ, ਕਿਉਂਕਿ ਕੁਦਰਤ ਦਾ ਕੀ ਪਲਾਨ ਆ ਉਹ ਨਹੀਂ ਤੁਹਾਨੂੰ ਪਤਾ। ਜਾਂ ਮੇਰੀ ਜ਼ਿੰਦਗੀ ਉਦੋਂ ਹੀ ਵਧੀਆ ਹੋ ਸਕਦੀ ਹੈ ਜਦੋਂ ਮੈਂ ਕਿਸੇ ਬਾਹਰਲੇ ਮੁਲਕ ਦੇ ਵਿੱਚ ਸੈਟਲ ਹੋ ਜਾਊਂਗਾ। ਬਿਲਕੁਲ, ਛੋਟਾ ਕਰਦਾ ਹੁਣੇ ਖਿੱਚ ਕੇ ਕਿਸੇ ਹਾਲਾਤ 'ਚ ਨਹੀਂ ਬਦਲਣ ਲੱਗਿਆ ਨਾ। ਤੇ ਇਸ ਲਈ ਵਧੀਆ ਵੀ ਯਾਰ ਛੋਟੇ ਆ ਤਾਂ ਇਹ 'ਚ ਕੀ ਮਤਲਬ ਦੁਨੀਆ ਦੇ ਤੁਰੇ ਤਾਂ ਫਿਰਦੇ ਹੀ ਆ ਨਾ। ਬਿਲਕੁਲ। ਸੋ ਗੱਲ ਸਾਰੀ ਸੰਤੁਸ਼ਟੀ ਦੀ ਆ। ਸੋ ਅੱਜ ਦਾ ਐਪੀਸੋਡ ਇਹਦੇ ਤੇ ਹੀ ਸੀਗਾ ਵੀ ਹੋ ਸਕਦਾ ਵੀ ਤੁਹਾਡੇ ਕੋਲ, ਜਿਵੇਂ ਆਪਾਂ ਭੈਣੇ ਸੱਚੋ ਕਹਾਵਤ ਵੀ ਤਾਂ ਹੁੰਦੀ ਹੈ ਵੀ ਦੂਜੇ ਦੀ ਥਾਲੀ ਵਾਲਾ ਲੱਡੂ ਹਮੇਸ਼ਾ ਸਾਨੂੰ ਵੱਡਾ ਲੱਗਦਾ ਹੁੰਦਾ ਵਾ। ਸੋ ਕੁਛ ਚੀਜ਼ਾਂ ਤੁਹਾਡੇ ਕੋਲ ਹੋਣਗੀਆਂ, ਕੁਛ ਨਹੀਂ ਵੀ ਹੋਣਗੀਆਂ, ਪਰ ਜਿਹੜੀਆਂ ਨਹੀਂ ਹੈਗੀਆਂ ਉਹਨਾਂ 'ਤੇ ਧਿਆਨ ਛੱਡ ਕੇ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਪੋਸੀਬਿਲਿਟੀਜ਼ ਦੇਖੋ। ਸੋ ਖੁਸ਼ ਰਹੋ, ਹਮੇਸ਼ਾ ਸੰਤੁਸ਼ਟ ਰਹੋ। ਜ਼ਿੰਦਗੀ 'ਚ ਜੋ ਤੁਹਾਨੂੰ ਚਾਹੀਦਾ, ਤੁਹਾਡੇ ਜੋ ਸੁਪਨੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਤੁਸੀਂ ਮਿਹਨਤ ਕਰਦੇ ਰਹੋ। ਆਪਣੀ ਮਿਹਨਤ 'ਤੇ ਤੁਸੀਂ ਯਕੀਨ ਰੱਖੋ। ਇਹ ਨਾ ਸੋਚੋ ਵੀ ਜੇ ਤੁਸੀਂ ਇੰਡੀਆ 'ਚੋਂ ਜਾਂ ਪੰਜਾਬ 'ਚੋਂ ਤੁਹਾਡੀ ਜ਼ਿੰਦਗੀ ਨਹੀਂ ਕੋਈ ਹੋ ਸਕਦੀ, ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਰੁਝਾਨ ਇਹੀ ਚੱਲ ਰਿਹਾ ਵੀ ਅਸੀਂ ਵਧੀਆ ਜ਼ਿੰਦਗੀ ਉਦੋਂ ਹੀ ਬਤੀਤ ਕਰ ਸਕਦੇ ਹਾਂ ਜਦੋਂ ਅਸੀਂ ਇੱਥੋਂ ਬਾਹਰ ਜਾਵਾਂਗੇ। ਸੋ ਉਹ ਜਦੋਂ ਤੁਹਾਡੇ 'ਤੇ ਥੋਟ ਭਾਰੀ ਪੈ ਜਾਂਦਾ ਤਾਂ ਜਿਹੜੀਆਂ ਤੁਹਾਡੇ ਕੋਲੇ ਇੱਧਰ ਫੈਸਿਲਿਟੀਜ਼ ਨੇ, ਇੱਧਰ ਤੁਹਾਡੀ ਚੰਗੀ ਜ਼ਿੰਦਗੀ ਆ, ਤੁਹਾਡੀਆਂ ਸਹੂਲਤਾਂ ਨੇਗੀਆਂ, ਤੁਸੀਂ ਉਹ ਬਿਲਕੁਲ ਹੀ ਨਜ਼ਰਅੰਦਾਜ਼ ਕਰ ਦਿੰਦੇ ਹੋ। ਤੇ ਹਮੇਸ਼ਾ ਆਸ ਬਣੀ ਰਹਿਣੀ ਚਾਹੀਦੀ ਹੈ। ਆਸ ਨਹੀਂ ਕਦੇ ਵੀ ਛੱਡਣੀ ਚਾਹੀਦੀ ਕਿ ਮੇਰਾ ਕੁਝ ਹੋਊਗਾ ਜਾਂ ਕੁਝ ਨਹੀਂ ਹੋਊਗਾ। ਜਿੱਥੇ ਵੀ ਹੈਗੇ ਹੋ, ਜਿੰਨਾ ਟਾਈਮ ਪਰਮਾਤਮਾ ਨੇ ਜੋ ਜਿਵੇਂ ਦਾ ਅੰਜਲ ਤੁਹਾਡਾ ਲਿਖਿਆ ਹੋਇਆ, ਸੋ ਉਹਨੇ ਕੁਝ ਸੋਚ ਕੇ ਹੀ ਲਿਖਿਆ ਹੋਣਾ। ਬਾਕੀ ਰੰਗ ਰੂਪ ਮਤਲਬ ਇਹ ਤਾਂ ਕਹਿੰਦੇ ਹੁੰਦੇ ਨੇ ਵੀ ਮਿੱਟੀ ਚੀਜ਼ਾਂ ਨੇਗੀਆਂ। ਤੇ ਇੱਕ ਗੱਲ ਗੁਰਦੀਪ ਮੈਂ ਕਹਿਣੀ ਚਾਹੂੰਗੀ ਕਿ ਸਾਰਿਆਂ ਤੋਂ ਵੱਡੀ ਗੱਲ ਇਹ ਹੈ ਕਿ ਆਪਣੇ ਆਪ ਨੂੰ ਸਵੀਕਾਰ ਕਰ ਲਓ, ਦੁਨੀਆ ਤੁਹਾਨੂੰ ਆਪਣੇ ਆਪ ਹੀ ਕਰ ਲਊਗੀ। ਬਿਲਕੁਲ।
ਸੋ ਬਹੁਤ ਮਿਹਰਬਾਨੀ ਕਿ ਤੁਸੀਂ ਪ੍ਰੋਗਰਾਮ ਗੱਲ ਤੇ ਗੱਲ ਨੂੰ ਦੇਖਦੇ ਹੋ। ਇਹ ਪ੍ਰੋਗਰਾਮ ਤੁਸੀਂ ਸਪੋਟੀਫਾਈ ਤੇ ਵੀ ਸੁਣ ਸਕਦੇ ਹੋ। ਪਲੀਜ਼ ਤੁਸੀਂ ਸਪੋਟੀਫਾਈ ਤੇ ਜਾ ਕੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਵੀ ਕਰ ਸਕਦੇ ਹੋ। ਤੇ ਬਾਕੀ ਬੀ ਸੋਸ਼ਲ ਦੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਤਾਂ ਉਹਨਾਂ 'ਚ ਇੱਕ ਪੱਟੀ ਚੱਲਦੀ ਹੁੰਦੀ ਹੈ ਥੱਲੇ ਕਿ ਬਿਜ਼ਨਸ ਇਨਕੁਆਇਰੀ ਦੇ ਲਈ ਤੁਸੀਂ ਇਸ ਈਮੇਲ ਦੇ ਉੱਪਰ ਸਾਨੂੰ ਈਮੇਲ ਕਰ ਸਕਦੇ ਹੋ। ਤੁਸੀਂ ਆਪਣੇ ਬਿਜ਼ਨਸ ਦੀ, ਕਿਸੇ ਪ੍ਰੋਡਕਟ ਦੀ, ਕਿਸੇ ਆਪਣੇ ਬ੍ਰਾਂਡ ਦੀ ਤੁਸੀਂ ਅਗਰ ਮਸ਼ਹੂਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਉਸ ਈਮੇਲ ਤੇ ਮੇਲ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ। ਮੈਨੂੰ ਗੁਰਦੀਪ ਗਰੇਵਾਲ ਨੂੰ, ਭੈਣ ਰੁਪਿੰਦਰ ਸੰਧੂ ਹੋਰਾਂ ਨੂੰ ਇਜਾਜ਼ਤ ਦੇ ਦਿਓ। ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।